ਬਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ ਵਾਹ ਭਾਈ ਵਾਹ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW ਕੁਇਕ ਟਰੱਕ ਲਿਊਬ ਖੁਸ਼ ਹੋ ਕੇ ਪਰਤੋਗੇ ਮੰਨ ਲਓ 519 0660 5196220660 QTL because we care. Quick Truck Lube. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501 ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 5196220660 ਜਾਂ quicktrucklube.com QTL because we care. Quick Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ, 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਨੰਬਰ ਨੋਟ ਕਰ ਲਓ ਜੀ 2044592000 204 459 2000। ਇਹ ਨੰਬਰ ਹੈ ਜੀ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਬਲਤੇਜ ਸਿੰਘ ਪਨੇਸਰ ਹੋਰਾਂ ਦਾ। ਇਹ ਹੁਣ ਆਪਣੀ ਨਵੀਂ ਲੋਕੇਸ਼ਨ 'ਤੇ ਸ਼ਿਫਟ ਹੋ ਗਏ ਨੇ 82 ਰੇਨਮ ਡਰਾਈਵ ਫਾਰਮਰ ਰੋਡ ਵਿਨੀਪੈਗ ਮੈਨੀਟੋਬਾ। ਤੁਹਾਨੂੰ ਪਤਾ ਵਿਨੀਪੈਗ ਬਿਲਕੁਲ ਕੈਨੇਡਾ ਦੇ ਵਿਚਾਲੇ ਪੈਂਦਾ ਅਤੇ ਹੁਣ ਇੱਥੇ ਇਹ ਤੁਹਾਨੂੰ ਜਿੱਥੇ ਕੁਇਕ ਟਰੱਕ ਲੀਵ ਦੇ ਨਾਲ ਨਾਲ ਵਾਸ਼ ਅਤੇ ਪਾਰਕਿੰਗ ਦੀ ਸਹੂਲਤ ਵੀ ਦੇ ਰਹੇ ਨੇ। ਇਸ ਤੋਂ ਇਲਾਵਾ ਤੁਹਾਡੀ ਰਾਹ ਜਾਂਦੇ ਵਿੰਡ ਸਕਰੀਨ ਟੁੱਟ ਗਈ ਤਾਂ ਇਹ ਵੀ ਤੁਰੰਤ ਚੇਂਜ ਕਰਕੇ ਦਿੰਦੇ ਨੇ। ਬ੍ਰੇਕਸ, ਟਰਾਂਸਮਿਸ਼ਨ, ਡਿਫਰੈਂਸ਼ੀਅਲ, ਇੰਜਨ ਰੀਬਿਲਟ, ਸੈਮੀ ਦਾ ਸਾਰਾ ਕੰਮ ਜਿਹੜਾ ਇਹ ਕਰਕੇ ਦਿੰਦੇ ਨੇ। DOT ਸੇਫਟੀ ਵੀ ਕਰਦੇ ਨੇ 204459 2000।
ਬੇਕਰਫੀਲਡ ਏਰੀਆ 'ਚ ਸੋਲਰ ਸਿਸਟਮ ਲਾਉਣ ਦੇ ਲਈ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨੂੰ 6617541722 ਤੇ ਕਾਲ ਕਰ ਸਕਦੇ ਹੋ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਹੈਰਾਨੀ ਤਾਂ ਨਹੀਂ ਹੈ ਜਦੋਂ ਕੋਈ ਵੀ ਕਈ ਕੰਮਾਂ ਦੇ ਵਿੱਚ ਬੰਦਾ ਪੈਂਦਾ ਹੈ, ਦਬਾਅ ਬੜਾ ਹੁੰਦਾ ਹੈ। ਕੁੰਵਰ ਵਿਜੇ ਪ੍ਰਤਾਪ ਨੇ ਸੇਵਾ ਮੁਕਤੀ ਮੰਗੀ, ਕੈਪਟਨ ਦਾ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ ਕਿ ਸਾਨੂੰ ਇਹੋ ਜਿਹੇ ਅਫਸਰਾਂ ਦੀ ਲੋੜ ਹੈ, ਪਰ ਅੜੇ ਰਹੇ ਸੇਵਾ ਮੁਕਤੀ ਤੇ ਐਂਡ ਉਹ ਸੇਵਾ ਜਿਹੜਾ ਹੈ ਇਹਨਾਂ ਦੀ ਪ੍ਰਵਾਨਗੀ ਵੀ ਹੋ ਗਈ। ਪਰ ਕੁਛ ਅਜਿਹੀਆਂ ਗੱਲਾਂ ਨੇ ਜਿਹੜੀਆਂ ਹਜੇ ਵੀ ਅਣਸੁਲਝੇ ਸਵਾਲ ਨੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਕੁੰਵਰ ਵਿਜੇ ਪ੍ਰਤਾਪ ਦੀ ਇੱਕ ਗੱਲ ਸਾਹਮਣੇ ਆ ਗਈ ਸੀ ਕਿ 44 ਨੰਬਰ ਦੇ ਉੱਤੇ ਇਹਨੇ ਕੁਛ ਨੋਟਿੰਗਸ ਦਿੱਤੀਆਂ ਸੀ, ਕੁਛ ਪੰਜਾਬ ਦੇ ਅਹਿਮ ਵਿਅਕਤੀਆਂ ਦੇ ਨਾਂ ਤੱਕ ਲਿਖੇ ਸੀ, ਉਹਨਾਂ ਦੇ ਖਿਲਾਫ ਚਲਾਨ ਨਹੀਂ ਪੇਸ਼ ਹੋ ਸਕਿਆ। ਦੇਖੋ ਦਾਨੇਵਾਲੀਆ ਸਾਹਿਬ, ਪਹਿਲੀ ਗੱਲ ਤਾਂ ਇਹ ਕਿ ਕੁੰਵਰ ਵਿਜੇ ਪ੍ਰਤਾਪ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹਨੇ ਅਸਤੀਫਾ ਨਹੀਂ ਦਿੱਤਾ। ਉਹਨੇ VRS ਮੰਗੀ ਸੀ, ਸੇਵਾ ਮੁਕਤੀ ਮੰਗੀ ਸੀ। ਹਾਂ, ਵਲੰਟੀਅਰ ਰਿਟਾਇਰਮੈਂਟ ਪ੍ਰੀਮੈਚੁਰ ਕਹਿ ਸਕਦੇ ਹਾਂ ਆਪਾਂ, ਅਗਾਊਂ ਸੇਵਾ ਮੁਕਤੀ ਕਿ ਜੀ ਮੈਂ ਹੁਣ ਉਹ ਜਿਹੜਾ ਹੋਰ ਕੰਮ ਨਹੀਂ ਕਰ ਸਕਦਾ, ਮੈਂ ਆਪਣਾ ਕੰਮ ਕਰਨਾ। 1998 ਬੈਚ ਦਾ ਉਹ ਅਫੀਸਰ ਹੈ ਜੀ, ਔਰ ਅਜੇ ਤੱਕ ਉਹਦੇ ਕਈ ਸਾਲ ਪਏ, ਬਹੁਤ ਸਾਲ ਪਏ ਸੀ, IG ਰੈਂਕ ਤੇ ਸੀ, 8-9 ਸਾਲ ਪਏ ਸੀ ਤੇ ਉਹਨੇ DGP ਲੈਵਲ ਤੱਕ ਪਹੁੰਚਣਾ ਸੀ। ਲੇਕਿਨ ਉਹਨੇ ਕਹਿਤਾ ਜੀ ਮੈਂ ਨੌਕਰੀ ਨਹੀਂ ਕਰਨੀ, ਮੈਨੂੰ ਦਿਓ ਜੀ ਛੁੱਟੀ ਹੁਣ ਤੁਸੀਂ। ਕੈਪਟਨ ਅਮਰਿੰਦਰ ਸਿੰਘ ਨੇ ਉਹਨੂੰ ਬੁਲਾ ਕੇ ਉਹਨੂੰ ਸਮਝਾਇਆ, ਇਹ ਕਿਹਾ ਕਿ ਤੇਰੀ ਬਹੁਤ ਲੋੜ ਹੈ, ਤੇਰੇ ਵਰਗੇ ਆਫਿਸਰ ਨੂੰ ਇਮਾਨਦਾਰ, ਪਾਰਦਰਸ਼ੀ ਔਰ ਜਿਹੜਾ ਬੰਦਾ ਜਿੰਦ ਜਾਨ ਲਾ ਕੇ ਕੰਮ ਕਰਨ ਵਾਲਾ ਹੋਵੇ ਉਹਨੂੰ ਅਸੀਂ ਨਹੀਂ ਛੱਡਣਾ ਜੀ। ਇੱਥੋਂ ਤੱਕ ਵੀ ਭਾਵੁਕਤਾ ਦੇ ਬਹਿਣ ਦੇ ਵਿੱਚ ਬਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤੈਨੂੰ ਮੈਂ ਆਪਣੇ ਪੁੱਤ ਵਰਗਾ ਰੁਤਬਾ ਦਿੰਦਾ, ਜਿੰਨਾ ਪਿਆਰ ਮੈਂ ਰਾਣਿੰਦਰ ਨੂੰ ਕਰਦਾ, ਮੇਰੇ ਲਈ ਤੇਰਾ ਵੀ ਮਾਣ, ਪਿਆਰ, ਸਤਿਕਾਰ ਉਨਾ ਹੀ ਹੈ। ਉਹਨੇ ਫਿਰ ਨਾਲ ਦੀ ਨਾਲ ਹੀ, ਬੰਦਾ ਬੜਾ ਕਾਬਲ ਹੈ, ਉਹਨੇ ਨਾਲ ਦੀ ਨਾਲ ਹੀ ਅਗਲਾ ਸੈਂਟੈਂਸ ਬੋਲਤਾ, ਕਹਿੰਦਾ ਸਰ ਜੇ ਤੁਸੀਂ ਮੈਨੂੰ ਆਪਣੇ ਪੁੱਤ ਵਰਗਾ ਪਿਆਰ ਦਿੰਦੇ ਹੋ ਫਿਰ ਪੁੱਤ ਤੇ ਮਿਹਰ ਕਰੋ ਤੇ ਮੇਰੀ ਰਿਟਾਇਰਮੈਂਟ ਵਾਲੀ ਜਿਹੜੀ ਹੈਗੀ ਮੈਨੂੰ ਫਾਰਗ ਕਰ ਦਿਓ। ਅਮਰਿੰਦਰ ਸਿੰਘ ਕਾਇਲ ਹੋਇਆ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਠੀਕ ਹੈ, ਅਗਰ ਤੂੰ ਚਾਹੁੰਦਾ ਤਾਂ ਠੀਕ ਹੈ। ਕੱਲ ਸ਼ਾਮ ਤੱਕ ਮਤਲਬ ਜਿਹੜਾ ਪੰਜਾਬ ਦਾ ਹੋਮ ਡਿਪਾਰਟਮੈਂਟ ਹੈ ਉਹਨੇ ਆਪਣਾ ਕੰਮ ਮੁਕਾ ਲਿਆ ਸੀ ਜੀ, ਕਿਉਂਕਿ ਜਦੋਂ ਕਿਸੇ ਵੀ ਬੰਦੇ ਨੂੰ ਇਸ ਤਰ੍ਹਾਂ ਤੁਸੀਂ ਅਗਾਊਂ ਰਿਟਾਇਰਮੈਂਟ ਦਿੰਦੇ ਹੋ ਤਾਂ ਉਹਦਾ ਸਾਰਾ ਰਿਕਾਰਡ ਦੇਖਣਾ ਪੈਂਦਾ ਹੈ ਕਿ ਕੀ ਉਹਦੇ ਖਿਲਾਫ ਕੋਈ ਇਨਕੁਆਇਰੀ ਪੈਂਡਿੰਗ ਤਾਂ ਨਹੀਂ, ਕਿਸੇ ਮਾਮਲੇ ਦੇ ਵਿੱਚ ਕੋਈ ਸਜ਼ਾ ਤਾਂ ਨਹੀਂ ਪਈ। ਕਈ ਵਾਰੀ ਇਹ ਹੁੰਦਾ ਕਿ ਬੰਦੇ ਦੇ ਖਿਲਾਫ ਗੰਭੀਰ ਇਲਜ਼ਾਮ ਹੁੰਦੇ, ਉਹ ਪਏ ਰਹਿੰਦੇ ਆ, ਦੱਬੇ ਪਏ ਰਹਿ ਜਾਂਦੇ, ਉਹਦੀ ਡਿਸਮਿਸਲ ਵੀ ਹੋ ਸਕਦੀ ਹੁੰਦੀ ਹੈ ਇਹਦੇ 'ਚ, ਕਿਤੇ ਉਹਦੀ ਸਰਵਿਸ ਕੱਟੀ ਜਾ ਸਕਦੀ ਹੈ, ਕਿਤੇ ਮਤਲਬ ਜਿਹੜਾ ਹੈਗਾ ਬੰਦੇ ਦੇ ਖਿਲਾਫ ਕੋਈ ਕੇਸ ਰਜਿਸਟਰ ਹੋ ਸਕਦਾ ਜੀ। ਸੋ ਇਹ ਹੋਮ ਡਿਪਾਰਟਮੈਂਟ ਨੂੰ ਦੇਖਣਾ ਪੈਂਦਾ ਕਿ ਇਹਦੇ ਵਿੱਚ ਕੀ ਹੈ। ਸੋ ਹੋਮ ਡਿਪਾਰਟਮੈਂਟ ਨੇ ਦੇਖਿਆ ਕਿ ਉਹਦਾ ਰਿਕਾਰਡ ਬਿਲਕੁਲ ਕਲੀਨ ਹੈ, ਸਾਫ਼ ਹੈ ਜੀ, ਔਰ ਉਹਨਾਂ ਨੇ ਜਦੋਂ ਕਲੀਅਰ ਚਿੱਠ ਦੇ ਦਿੱਤੀ ਕੈਪਟਨ ਅਮਰਿੰਦਰ ਸਿੰਘ ਤੇ ਉਹਨੇ ਪ੍ਰਵਾਨਗੀ ਦਿੱਤੀ। ਪ੍ਰਵਾਨਗੀ ਦੇ ਕੇ ਚਿੱਠੀ ਨਾਲ ਦੀ ਨਾਲ ਹੀ ਜਿਹੜੀ ਉਹਦਾ ਕੇਸ ਭੇਜਤਾ ਜੀ ਸੈਂਟਰਲ ਹੋਮ ਮਿਨਿਸਟਰੀ ਨੂੰ, ਭਾਰਤ ਸਰਕਾਰ ਨੂੰ, ਕਿਉਂਕਿ ਜਿਹੜਾ IPS ਆਫਿਸਰ ਹੈ ਜੀ ਇਹ ਸੈਂਟਰ ਦਾ ਕੈਡਰ ਹੈ। ਆਖਰੀ ਜਿਹੜਾ ਫੈਸਲਾ ਉਹ ਸੈਂਟਰ ਨੇ ਲੈਣਾ, ਪੰਜਾਬ ਸਰਕਾਰ ਨੇ ਉਹਨੂੰ ਭੇਜਤਾ। ਅੱਜ ਇਸ ਮੁੱਦੇ ਨੂੰ ਲੈ ਕੇ ਅੰਗਰੇਜ਼ੀ ਦੇ ਟ੍ਰਿਬਿਊਨ ਦੇ ਵਿੱਚ ਇੱਕ ਖਬਰ ਲੱਗੀ ਹੋਈ ਹੈ ਜੀ, ਬੜੇ ਕਾਬਲ ਪੱਤਰਕਾਰ ਹੈਗੇ ਜੁਪਿੰਦਰਜੀਤ ਸਿੰਘ, ਸਾਡੇ ਵੀ ਇੱਥੇ ਰਹਿ ਕੇ ਗਏ ਆ, ਉਹ ਬਿਊਰੋ 'ਚ ਹੈ ਟ੍ਰਿਬਿਊਨ ਦੀ 'ਚ, ਔਰ ਉਹਨਾਂ ਦੇ ਨਾਲ ਹੈ ਉਹਨਾਂ ਨੂੰ ਜਿਹਨੇ ਅਸਿਸਟ ਕੀਤਾ ਉਹ ਹੈ ਬਲਵੰਤ ਗਰਗ ਫਰੀਦਕੋਟ ਤੋਂ, ਉਹ ਵੀ ਟ੍ਰਿਬਿਊਨ 'ਚ ਕੰਮ ਕਰਦੇ ਹੈ। ਉਹਨਾਂ ਦੀ ਜਿਹੜੀ ਸਟੋਰੀ ਉਹਨਾਂ ਨੇ ਬ੍ਰੇਕ ਕੀਤੀ ਹੈ, ਉਹਨਾਂ ਨੇ ਕਿਹਾ ਕਿ ਸਾਡੇ ਕਬਜ਼ੇ ਦੇ ਵਿੱਚ ਉਹ ਪੱਤਰ ਹੈ, ਜਿਹੜਾ ਪੱਤਰ DGP ਨੂੰ ਲਿਖਿਆ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ, ਔਰ ਉਸ ਪੱਤਰ ਦੇ ਵਿੱਚ ਉਹਨੇ ਕਈ ਗੱਲਾਂ ਕਹੀਆਂ, ਉਹ ਜ਼ਿਕਰ ਕੀਤਾ ਉਹਨੇ ਕਿ ਮੈਂ ਆਪਣਾ ਚਲਾਨ ਜਿਹੜਾ ਹੈਗਾ ਫਾਈਨਲ ਚਲਾਨ ਉਹ ਤਿਆਰ ਕਰਕੇ ਉਹਦੇ ਤੇ ਸਭ ਕੁਝ ਮੈਂ ਤਿਆਰ ਕਰਕੇ ਤੇ ਤੁਹਾਡੀ ਪ੍ਰਵਾਨਗੀ ਵਾਸਤੇ ਸਰਕਾਰ ਦੀ ਪ੍ਰਵਾਨਗੀ ਵਾਸਤੇ ਭੇਜ ਦਿੱਤਾ। ਔਰ ਉਸ ਚਲਾਨ ਦੇ ਵਿੱਚ ਜਿਨ੍ਹਾਂ 2 ਬੰਦਿਆਂ ਦਾ ਨਾਂ ਪਾਇਆ ਹੋਇਆ ਉਹ ਹੈਗਾ ਕੋਟਕਪੂਰਾ ਕਾਂਡ ਨਾਲ ਸੰਬੰਧਿਤ। ਉਹਨਾਂ ਦੇ ਵਿੱਚ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੂਜੇ ਹੈ ਸੁਖਬੀਰ ਸਿੰਘ ਬਾਦਲ ਜੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹਨਾਂ ਬੰਦਿਆਂ ਦਾ ਦੋਵਾਂ ਦੇ ਨਾਂ ਕਿਵੇਂ ਪੈ ਗਏ। ਤੁਹਾਡੀ ਯਾਦ ਹੋਣਾ ਆਪਾਂ ਪਹਿਲਾਂ ਡਿਸਕਸ ਵੀ ਕੀਤਾ ਸੀ, ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਗੱਲ ਕਹਿੰਦਾ ਕਿ ਜਿਹੜੀ ਉਹਨਾਂ ਦੀ ਇਹ ਇਨਵੈਸਟੀਗੇਸ਼ਨ ਹੈ, ਇਹ ਤਫਤੀਸ਼ ਹੈ, ਇਹ ਇੰਟਰਨੈਸ਼ਨਲ ਲੈਵਲ ਦੀ ਹੈ ਜੀ, ਔਰ ਇਹ ਤਫਤੀਸ਼ ਜਿਹੜੀ ਹੈ ਮੂੰਹੋਂ ਬੋਲਦੀ ਹੈ। ਸਬੂਤ ਇਹਦੇ ਵਿੱਚ ਇੰਨੀ ਪੁਖਤਾ ਹੈ ਕਿ ਇਹਦੇ ਵਿੱਚ ਬੰਦੇ ਨੂੰ ਬਚਣ ਨੂੰ ਕੋਈ ਥਾਂ ਨਹੀਂ ਹੈਗਾ। ਇਹ ਕੇਸ ਨੇ ਸਿਰੇ ਚੜ੍ਹਨੇ। ਵੱਡੀ ਗੱਲ ਉਹਦੇ 'ਚ ਦਾਨੇਵਾਲੀਆ ਸਾਹਿਬ ਇਹ ਹੈ ਕਿ ਜਿਹੜੀ ਸਭ ਤੋਂ ਪਹਿਲੀ ਕਹਾਣੀ ਇਹ ਹੈ ਕਿ ਮਿਸਟਰ ਮਨਤਾਰ ਸਿੰਘ ਬਰਾੜ
ਉਹ ਇੱਕ ਆਫੀਸਰ ਦੇ ਘਰ ਜਾਂਦਾ ਹੈ। ਉਸ ਅਫੀਸਰ ਦੇ ਘਰੋਂ ਉਹ ਟੈਲੀਫੋਨ ਕਰਦਾ ਰਾਤ ਨੂੰ। ਇਹ 14 ਤਾਰੀਖ ਦੀ ਗੱਲ ਹੈ, 13 ਤੇ 14 ਅਕਤੂਬਰ 2015 ਦੀ ਗੱਲ ਹੈ। ਰਾਤ ਨੂੰ ਲੇਟ ਨਾਈਟ ਉਹ ਟੈਲੀਫੋਨ ਕਰਦਾ। ਕਿਹਨੂੰ ਕਰਦਾ ਟੈਲੀਫੋਨ? ਉਹ ਕਰਦਾ CM ਹਾਊਸ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੱਲ ਹੁੰਦੀ ਹੈ ਤੇ ਉਹ ਕਹਿੰਦਾ ਹੈ ਕਿ ਜੀ ਜੇ ਇਹਨਾਂ ਲੋਕਾਂ ਨੂੰ ਨਾ ਉਠਾਇਆ, ਸਵੇਰ ਤੱਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਕੋਟਕਪੂਰੇ ਦੇ ਚੌਕ ਦੇ ਵਿੱਚ ਇਕੱਠੇ ਹੋ ਜਾਣ। ਔਰ ਇੱਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉਹ ਲੋਕ ਇਕੱਠੇ ਕਿਉਂ ਹੋਏ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਚੀਰ ਫਾੜ ਕਰਕੇ ਜਦੋਂ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਸੁੱਟ ਦਿੱਤਾ ਸੀ, ਉਸ ਵੇਲੇ ਸਿੱਖ ਪ੍ਰਚਾਰਕਾਂ ਦੀ ਅਗਵਾਈ ਦੇ ਹੇਠ ਆਮ ਲੋਕਾਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ ਚੌਕ ਦੇ ਵਿੱਚ, ਕੋਟਕਪੂਰੇ ਦੇ ਚੌਕ ਦੇ ਵਿੱਚ ਧਰਨਾ ਲਾਇਆ ਹੋਇਆ ਸੀ। ਮਨਤਾਰ ਬਰਾੜ ਨੇ ਜਦੋਂ ਇਹ ਗੱਲ ਕਹੀ ਤਾਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੱਲ ਕਰਦੇ ਆ ਸੁਮੈਧ ਸਿੰਘ ਸੈਣੀ ਨਾਲ, ਜਿਹੜੇ ਉਸ ਵੇਲੇ ਦੇ DGP ਸੀ। ਔਰ ਇਹਦੀ ਜਿਹੜੀ ਪੁਸ਼ਟੀ ਕੀਤੀ ਹੈ, ਸਭ ਤੋਂ ਪਹਿਲੀ ਇਹਦੀ ਪੁਸ਼ਟੀ, ਚਲੋ ਆਪਾਂ ਪੁਸ਼ਟੀ ਵਾਲੀ ਮੈਂ ਤੁਹਾਨੂੰ ਮਗਰੋਂ ਦੱਸਦਾ ਗੱਲ। DGP ਨਾਲ ਜਦੋਂ ਗੱਲ ਕੀਤੀ ਹੈ ਤੇ DGP ਨਾਲ ਗੱਲ ਕਰਵਾਈ ਹੈ ਗਗਨਦੀਪ ਸਿੰਘ ਬਰਾੜ ਨੇ। ਗਗਨਦੀਪ ਸਿੰਘ ਬਰਾੜ ਉਸ ਵੇਲੇ PCS ਆਫੀਸਰ ਸੀ, ਸ਼ਾਇਦ ਅੱਜ ਕੱਲ੍ਹ IAS ਹੋ ਗਏ ਹੁਣ। ਔਰ ਗਗਨਦੀਪ ਸਿੰਘ ਬਰਾੜ ਜਿਹੜੇ ਹੈਗੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਸਾਹਿਬ ਦੇ ਆਫਿਸ ਦੇ ਵਿੱਚ ਬੜੀ ਸੀਨੀਅਰ ਪੋਸਟ ਦੇ ਉੱਤੇ ਸੀ, ਬੜੀ ਰਿਸਪੌਂਸੀਬਲ ਪੋਸਟ। ਤੇ ਜੇ ਆਪਾਂ ਦੇਖੀਏ ਉਹਨਾਂ ਦਾ ਪਰਿਵਾਰਕ ਰਿਸ਼ਤਾ ਹੈ ਬਾਦਲ ਸਾਹਿਬ ਨਾਲ, ਕਿਉਂਕਿ ਗਗਨਦੀਪ ਸਿੰਘ ਬਰਾੜ ਦੇ ਪਿਤਾ ਸ਼੍ਰੀ, ਉਹ ਜਿਹੜਾ ਗੁਰੂ ਨਾਨਕ ਕਾਲਜ ਕਿਲਿਆਂ ਵਾਲੀ ਹੈ, ਜਿਹੜਾ ਬਾਦਲ ਪਰਿਵਾਰ ਦਾ ਹੀ ਕਾਲਜ ਹੈ, ਮੈਨੇਜਮੈਂਟ ਸਾਰੀ ਇਹਨਾਂ ਦੇ ਕੋਲ ਹੀ ਹੈ। ਉਸ ਕਾਲਜ ਦੇ ਵਿੱਚ ਕਿਸੇ ਜ਼ਮਾਨੇ ਦੇ ਵਿੱਚ ਪ੍ਰਿੰਸੀਪਲ ਹੁੰਦੇ ਸੀ। ਔਰ ਉਹ ਜਿਹੜੀ ਹੈਗੀ ਹੈ ਨੇੜਤਾ ਚੱਲਦੀ ਹੈ, ਵਿਆਹਾਂ ਬੂਹਾਂ ਦੇ ਵਿੱਚ ਵੀ ਇੱਕ ਦੂਜੇ ਦੇ ਆਉਂਦੇ ਆ, ਔਰ ਰਿਸ਼ਤਾ ਵਗੈਰਾ ਵੀ ਦੱਸਦੇ ਹੈ ਕਿ ਇਸੇ ਫੈਮਿਲੀ ਨੇ, ਬਾਦਲ ਫੈਮਿਲੀ ਨੇ ਗਗਨਦੀਪ ਸਿੰਘ ਬਰਾੜ ਨੂੰ ਕਰਵਾਇਆ। ਜਦੋਂ ਸਰਦਾਰਨੀ ਸੁਰਿੰਦਰ ਕੌਰ ਬਾਦਲ ਬਿਮਾਰ ਸੀ ਔਰ ਉਹ ਆਖਰੀ ਸਟੇਜ ਦੇ ਵਿੱਚ ਸੀਗੇ, ਉਸ ਵੇਲੇ ਉਹਨਾਂ ਦਾ ਇਲਾਜ ਕਰਵਾਉਣ ਲਈ ਵੀ ਗਗਨਦੀਪ ਸਿੰਘ ਬਰਾੜ ਉੱਥੇ ਗਿਆ ਸੀ, ਤੁਹਾਡਾ ਅਮਰੀਕਾ 'ਚ ਨਾਲ ਗਿਆ ਹੋਇਆ ਸੀ। ਸੋ ਕਹਿੰਦੇ ਗਗਨਦੀਪ ਸਿੰਘ ਬਰਾੜ ਨੇ ਜਦੋਂ ਗੱਲ ਕਰਾਈ ਸੁਮੈਧ ਸਿੰਘ ਸੈਣੀ ਨਾਲ, ਤੇ ਬਾਅਦ ਦੇ ਵਿੱਚ ਸੁਮੈਧ ਸਿੰਘ ਸੈਣੀ ਨੇ ਫਿਰ ਅਗਲੀ ਗੱਲਬਾਤ ਕੀਤੀ। ਤਾਂ ਇਹ ਜਿਹੜੀ ਉਹਨੇ ਟੈਲੀਫੋਨ ਕਾਲ ਕੀਤੀ ਹੈ, ਸ਼ਾਇਦ ਡਿਪਟੀ ਕਮਿਸ਼ਨਰ ਦੇ ਘਰ ਤੋਂ ਕੀਤੀ ਸੀ ਮਨਤਾਰ ਸਿੰਘ ਬਰਾੜ ਨੇ। ਉਸ ਵੇਲੇ ਇੱਕ PCS ਅਧਿਕਾਰੀ ਮੌਕੇ ਤੇ ਸੀ, ਜਿਹਦੇ ਕੋਲ SDM ਦਾ ਚਾਰਜ ਵੀ ਸੀ। ਉਸ PCS ਅਧਿਕਾਰੀ ਨੇ ਕਿਹਾ ਕਿ ਗੱਲਬਾਤ ਕਰਨ ਤੋਂ ਬਾਅਦ ਇਹ ਗੱਲ ਕਹੀ ਹੈ ਮਨਤਾਰ ਸਿੰਘ ਬਰਾੜ ਨੇ ਕਿ ਬਾਦਲ ਸਾਹਿਬ ਨਾਲ ਗੱਲ ਹੋ ਗਈ ਹੈ, ਔਰ ਉਹਨਾਂ ਨੂੰ ਨੇ DGP ਨੂੰ ਕਹਿ ਦਿੱਤਾ ਹੈ, ਤੇ ਮੈਨੂੰ ਇਹ ਕਨਵੇ ਹੋ ਗਿਆ DGP ਨਾਲ ਵੀ ਗੱਲਬਾਤ ਵੀ ਤੂੰ ਅੱਗੇ ਕਰਨੀ ਹੈ, ਤੇ DGP ਨੇ ਕਹਿ ਦਿੱਤਾ ਕਿ ਦਿਨ ਚੜ੍ਹਨ ਤੋਂ ਪਹਿਲਾਂ ਇਹ ਜਗ੍ਹਾ ਖਾਲੀ ਹੋ ਜੂਗੀ। ਸੋ ਜਿਹੜੀ ਉਹ ਜਗ੍ਹਾ ਖਾਲੀ ਹੁੰਦੀ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਇਨਵੋਲਵਮੈਂਟ ਹੋਗੀ, ਕਿਉਂਕਿ ਪੁਲਿਸ ਜਿਹੜੀ ਹੈ ਡਾਇਰੈਕਟ ਉਹ ਹੋਮ ਡਿਪਾਰਟਮੈਂਟ ਦੇ ਮੁਤਹਿਤ ਹੈ। ਡਿਪਟੀ ਮੁੱਖ ਮੰਤਰੀ ਹੁੰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ, ਹੋਮ ਡਿਪਾਰਟਮੈਂਟ ਦੇ ਇੰਚਾਰਜ। ਇਸ ਕਰਕੇ ਉਹਦੇ ਵਿੱਚ ਜਿਹੜੇ ਉਹਨਾਂ ਨੇ ਸਬੂਤ ਇਕੱਤਰ ਕੀਤੇ, ਤੇ ਉਹਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਉਹ ਕਹਿੰਦੇ ਆ ਕਿ ਜੀ ਇਹਦੇ ਵਿੱਚ ਬਾਦਲ ਬਾਪ ਬੇਟੇ ਦੀ ਪੂਰੀ ਭੂਮਿਕਾ ਹੈ। ਇਸੇ ਪੱਤਰ ਦੇ ਵਿੱਚ ਫਿਰ ਉਹ ਅਗਲੀ ਗੱਲ ਵੀ ਕਹਿੰਦੇ, ਉਹ ਕਹਿੰਦੇ ਆ ਕਿ ਇੱਕ ਮਿਸਟਰ ਸੁਰਜੀਤ ਸਿੰਘ ਹੈ। ਸੁਰਜੀਤ ਸਿੰਘ ਤੁਹਾਨੂੰ ਪਤਾ ਵੀ ਇੱਕ ਚਸ਼ਮਦੀਦ ਗਵਾਹ ਸੀ, ਔਰ 2020 ਦੇ ਵਿੱਚ ਉਹਦੀ ਬੜੀ ਭੇਦ ਭਰੇ ਹਾਲਾਤ ਦੇ ਵਿੱਚ ਮੌਤ ਹੋ ਜਾਂਦੀ ਹੈ। ਉਸ ਵੇਲੇ ਵੀ ਕੁਝ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਇਲਜ਼ਾਮ ਲੱਗੇ ਸੀ। ਅਕਾਲੀ ਦਲ ਵਾਲੇ ਉਸ ਪਰਿਵਾਰ ਨੂੰ ਲੈ ਕੇ ਤੁਰੇ ਫਿਰਦੇ ਸੀ। ਉਹ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਹੀ ਇਹ ਸਾਰਾ ਕੁਝ ਕੀਤਾ। ਉਹਨੂੰ ਮੱਦੇ ਨਜ਼ਰ ਰੱਖਦੇ ਉਹਨੇ ਇੱਕ ਸਿਫਾਰਿਸ਼ ਕੀਤੀ ਸੀ ਕਿ ਜਿਹੜੇ ਗਵਾਹ ਹੈ, ਗਵਾਹਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ, ਗਵਾਹਾਂ ਨੂੰ ਹਿਲਾਇਆ ਚਲਾਇਆ ਜਾ ਸਕਦਾ। ਅਗਲੀ ਗੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਚਿੱਠੀ ਦੇ ਵਿੱਚ ਇਹ ਲਿਖੀ ਹੈ ਕਿ ਮੈਨੂੰ ਗਾਹੇ ਵਗਾਹੇ ਧਮਕੀਆਂ ਦਿੱਤੀਆਂ ਜਾ ਰਹੀਆਂ, ਔਰ ਉਹ ਧਮਕੀਆਂ ਦੇਣ ਵਾਲੇ ਕੌਣ ਹੈ? ਉਹਦੇ ਵਿੱਚ ਉਹਨੇ ਨਾਂ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਬਿਕਰਮ ਸਿੰਘ ਮਜੀਠੀਆ। ਔਰ ਉਹ ਕਹਿੰਦੇ ਕਿ ਮੈਂ ਵਕਤ ਸਿਰ ਇਹਦੇ ਬਾਰੇ ਇਨਫੋਰਮ ਕਰਤਾ ਸੀ, ਲਾਅ ਡਿਪਾਰਟਮੈਂਟ ਨੂੰ ਮੈਂ ਇਨਫੋਰਮ ਕਰ ਦਿੱਤਾ ਸੀ ਜਿਹੜੇ ਦੇਖਦੇ ਹੈ, ਪਰ ਨਾ ਲਾਅ ਡਿਪਾਰਟਮੈਂਟ ਨੇ ਨਾ ਸੂਬਾ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜਾ ਉਹਨੇ ਲੈਟਰ ਲਿਖਿਆ, ਲਾਸਟ ਲੈਟਰ ਜਿਹਦੇ ਰਾਹੀਂ ਉਹਨੇ ਰਿਟਾਇਰਮੈਂਟ ਮੰਗੀ ਹੈ, ਉਹਦੇ ਵਿੱਚ ਹੈ। ਔਰ ਉਹਦੇ ਵਿੱਚ ਇਹ ਲਿਖਣ ਤੋਂ ਬਾਅਦ ਫਿਰ ਉਹਨੇ ਕਿਹਾ ਕਿ ਇਹਨਾਂ ਹਾਲਾਤ ਦੇ ਵਿੱਚ ਮੈਂ ਜਿਹੜੀ ਆਪਣੀ ਨੌਕਰੀ ਤੋਂ ਵਿਦਾਇਗੀ ਚਾਹੁੰਦਾ। ਇੱਕ ਉਹਨੇ ਇਹਦੇ ਵਿੱਚ ਗੱਲ ਇੱਕ ਹੋਰ ਜਿਹੜੀ ਹੈਗੀ, ਸ਼ਾਇਦ ਉਹ ਪੱਤਰ ਤੋਂ ਪਾਸੇ ਹੈ, ਜਿਹੜੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਮੈਂ ਮਾਨਹਾਨੀ ਦਾ ਕੇਸ ਕਰੂੰ। ਉਹ ਮਾਨਹਾਨੀ ਦਾ ਕੇਸ ਕਰਨ ਦਾ ਇਹ ਹੈ ਕਿ ਇੱਕ ਬੰਦਾ ਅਜੀਤ ਸਿੰਘ ਹੈ। ਅਜੀਤ ਸਿੰਘ ਉਹ ਸ਼ਖਸ ਹੈ ਜਿਹੜਾ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਜ਼ਖਮੀ ਹੋਇਆ ਸੀ, ਔਰ ਜਿਹੜਾ ਕੇਸ ਦੁਬਾਰਾ ਚੱਲਿਆ, ਜਿਹੜੀ FIR ਦੁਬਾਰਾ ਦਰਜ ਹੋਈ ਹੈ, ਇਹ ਅਜੀਤ ਸਿੰਘ ਦੇ ਬਿਆਨ ਤੇ ਹੋਈ ਹੈ। ਅਜੀਤ ਸਿੰਘ ਦੇ ਬਾਰੇ ਉਹਨੇ ਕਿਹਾ ਕਿ ਅਜੀਤ ਸਿੰਘ ਨੂੰ ਲਿਓਰ ਕਰਨ ਵਾਸਤੇ, ਉਹਨੂੰ ਪੱਟਣ ਵਾਸਤੇ ਇਹ ਪੇਸ਼ਕਸ਼ ਕੀਤੀ ਗਈ ਸੀ ਅਕਾਲੀ ਦਲ ਵੱਲੋਂ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜ਼ਿਕਰ ਕੀਤਾ ਉਹਨੇ ਉਚੇਚੇ ਤੌਰ ਤੇ। ਉਹਦੇ ਵਿੱਚ ਉਹਨੇ ਕਿਹਾ ਸੀ ਕਿ ਤੈਨੂੰ ਨੌਕਰੀ ਦਵਾ ਦਿਆਂਗੇ। ਔਰ ਜਦੋਂ ਇੱਕ ਪੀੜਤ ਬੰਦਾ ਜਿਹੜਾ FIR ਦਰਜ ਕਰਾਉਂਦਾ, ਉਹਨੂੰ ਮੁਲਜ਼ਮ ਧਿਰ
ਕਿਉਂਕਿ ਜੇ ਨਾ ਆਉਂਦਾ ਉਹਨਾਂ ਦਾ ਵਿੱਚ ਜਿਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਾਂ ਪਤਾ ਸੀ ਕਿ ਅਸੀਂ ਚਲਾਨ ਪੇਸ਼ ਕਰ ਰਹੇ, ਮੁਲਜ਼ਮ ਤੇ ਅਗਰ ਉਹਨੂੰ ਨੌਕਰੀ ਪ੍ਰੋਵਾਈਡ ਕਰਵਾਉਂਦੀ ਹੈ ਤਾਂ ਫਿਰ ਇਹ ਬਹੁਤ ਵੱਡੀ ਗੱਲ ਹੈ। ਇਹਦਾ ਵੀ ਜਿਹੜਾ ਹੈਗਾ ਨੋਟਿਸ ਲੈਣਾ ਚਾਹੀਦਾ ਹੈ। ਹਾਲਾਂਕਿ ਅਜੀਤ ਸਿੰਘ ਹੋਰਾਂ ਨੇ ਕਹਿ ਦਿੱਤਾ ਕਿ ਨਹੀਂ, ਮੈਨੂੰ ਕਿਸੇ ਨੇ ਲਿਓਰ ਨਹੀਂ ਕੀਤਾ, ਮੈਨੂੰ ਕਿਸੇ ਨੇ ਨਹੀਂ ਕਿਹਾ ਤੈਨੂੰ ਨੌਕਰੀ ਦੇ ਦਿਆਂਗੇ, ਕਿਸੇ ਨੇ ਕੋਈ ਪੇਸ਼ਕਸ਼ ਨਹੀਂ ਕੀਤੀ। ਸਗੋਂ ਘਰ ਦੀ ਹਾਲਤ ਜਿਹੜੀ ਹੈ ਤਰਸਯੋਗ ਹੋਣ ਦੇ ਨਾਤੇ ਮੈਂ ਆਪਣੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਕੋਲੇ ਗਿਆ ਸੀ ਕਿ ਤੁਸੀਂ ਮੈਨੂੰ ਨੌਕਰੀ ਦਿਓ। ਇਹਦਾ ਮਤਲਬ ਜੋ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਲਜ਼ਾਮ ਉਹਨਾਂ 'ਚ ਸੱਚਾਈ ਤਾਂ ਕੁਝ ਹੈਗੀ ਹੈ ਨਾ, ਕੁਝ ਤਾਂ ਬਗੈਰ ਕਿੰਨੇ ਲੋਕ ਹੈ ਜਿਹੜੇ ਹੈਗੇ ਜੇ ਆਪਾਂ ਦੇਖੀਏ 1984 'ਚ ਆਪਰੇਸ਼ਨ ਬਲੂ ਸਟਾਰ ਹੋਇਆ। ਆਪਰੇਸ਼ਨ ਬਲੂ ਸਟਾਰ ਹੋਣ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ BBC ਦੇ ਉੱਤੇ ਇੱਕ ਬਿਆਨ ਦਿੱਤਾ ਸੀ ਕਿ ਧਰਮੀ ਫੌਜੀ ਹੈ ਜਿਹੜੇ ਉਹ ਵੈਰਕਾਂ ਛੱਡ ਦੇਣ। ਜਦੋਂ ਗੁਰੂ ਗ੍ਰੰਥ ਸਾਹਿਬ ਆਪਣੇ ਤੁਹਾਡੇ 84 ਦੇ ਆਪਰੇਸ਼ਨ ਬਲੂ ਸਟਾਰ ਹੁੰਦਾ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਤਾਂ ਉਹ ਵੈਰਕਾਂ ਛੱਡ ਕੇ ਤੇ ਇਸ ਪਾਸੇ ਨੂੰ ਆ ਜਾਣ, ਬਗਾਵਤ ਕਰ ਦੇਣ ਫੌਜ ਦੇ ਵਿੱਚੋਂ। ਔਰ ਉਹਨਾਂ ਦੀ ਅਪੀਲ ਦੇ ਉੱਤੇ ਫੁੱਲ ਚੜਾਉਂਦੇ ਆ ਬਹੁਤ ਸਾਰੇ ਫੌਜੀਆਂ ਨੇ ਆਪਣੇ ਘਰ-ਬਾਰ ਛੱਡਤੇ ਸੀ। ਔਰ ਘਰ-ਬਾਰ ਛੱਡਣ ਤੋਂ ਬਾਅਦ ਜਦੋਂ ਵਾਪਸ ਆ ਰਹੇ ਸੀ ਕਈ ਲੋਕ ਤਾਂ ਮਤਲਬ ਜਿਹੜੇ ਹੈਗੇ ਆ ਪੁਲਿਸ ਦੀਆਂ ਗੋਲੀਆਂ ਨਾਲ ਜਾਂ ਫੌਜ ਦੀਆਂ ਗੋਲੀਆਂ ਨਾਲ ਮਾਰੇ ਗਏ ਸੀ। ਕੁਛ ਲੋਕ ਫੜ ਲਏ ਸੀ ਤੇ ਸਾਲਾਂ ਬੱਧੀ ਉਹ ਲੋਕ ਜੇਲ੍ਹਾਂ ਦੇ ਵਿੱਚ ਬੰਦ ਰਹੇ। ਬਾਅਦ ਦੇ ਵਿੱਚ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਸੀ। ਔਰ ਸਾਰ ਨਾ ਲੈਣ ਦਾ ਨਤੀਜਾ ਕੀ ਹੋਇਆ ਕਿ ਜਦੋਂ ਫਿਰ ਅਗਲਾ ਤੁਹਾਡਾ ਸਰਕਾਰ ਬਣਦੀ ਹੈ ਥੋੜ੍ਹੀ ਜਿਹੀ ਸੁਰਜੀਤ ਸਿੰਘ ਬਰਨਾਲਾ ਵੇਲੇ, ਉਦੋਂ ਉਹਨਾਂ ਨੂੰ ਥੋੜ੍ਹੀਆਂ ਬਹੁਤੀਆਂ ਨੌਕਰੀਆਂ ਦਿੱਤੀਆਂ ਤੇ ਉਹ ਨੌਕਰੀਆਂ ਵੀ ਦਿੱਤੀਆਂ ਗਈਆਂ ਕਿ ਜਿਹੜੇ ਧਰਮੀ ਫੌਜੀ ਸੀ ਜਿਨ੍ਹਾਂ ਨੂੰ ਬੜਾ ਸਤਿਕਾਰ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਬਰਸ਼ੇ ਫੜਾਤੇ ਤੇ ਟਾਸਕ ਫੋਰਸ ਦੇ ਵਿੱਚ ਪਾਤਾ ਕਿ ਲੋਕਾਂ ਨਾਲ ਲੜੀ ਜਾਓ। ਠੀਕ ਹੈ, ਸੋ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਫੌਜੀ ਅਜਿਹੇ ਹੈ ਜਿਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਪਰ ਜੇ ਹੁਣ ਆਪਾਂ ਇਹ ਗੱਲ ਕਹੀਏ ਕਿ ਇੱਕ ਆਦਮੀ ਨੂੰ ਉਹ ਕਹਿੰਦਾ ਮੈਂ ਗਿਆ ਆਪਦੀ ਆਪ, ਭਾਵੇਂ ਆਪਦੀ ਆਪ ਗਿਆ ਹੋਵੇ ਪਰ ਬਗੈਰ ਸੁੱਖ ਸੁਨੇਹੇ ਤੋਂ ਕਦੇ ਵੀ ਕੋਈ ਬੰਦਾ ਜਾਂਦਾ ਨਹੀਂ। ਕਿਉਂਕਿ ਜਿਸ ਸਟੇਜ ਦੇ ਉੱਤੇ ਕੇਸ ਪਹੁੰਚ ਚੁੱਕੇ, ਇਹੀ ਤਾਂ ਚੀਜ਼ ਹੈਗੀ ਜਿਹੜੀ ਵੱਡੀ ਗੱਲ ਹੈ ਕਿ ਜੇ ਇਹ ਚਲਾਨ ਇਸੇ ਹੁਕੂਮਤ ਦੇ ਰਹਿੰਦਿਆਂ ਪੇਸ਼ ਹੋ ਜਾਂਦਾ ਤੇ ਇਹਦੀ ਫਾਸਟ ਟਰੈਕ ਅਦਾਲਤ ਦੇ ਵਿੱਚ ਟ੍ਰਾਇਲ ਹੁੰਦੀ ਤਾਂ ਇਹਦੇ ਹੁੰਦਿਆਂ ਮੁੱਕ ਜਾਣਾ ਸੀ। ਨਹੀਂ ਤਾਂ ਪਹਿਲਾਂ ਵੀ ਆਪਾਂ ਨੂੰ ਪਤਾ ਬਾਦਲ ਪਰਿਵਾਰ ਦੇ ਖਿਲਾਫ ਇੱਕ ਕੇਸ ਰਜਿਸਟਰ ਹੋਇਆ ਸੀ, ਲੇਕਿਨ ਉਹ ਕੇਸ ਇੰਨੇ ਲੰਮਕ ਗਿਆ ਸੀ, ਇੰਨੇ ਲੰਬਾ ਹੋ ਗਿਆ ਸੀ ਜਿਵੇਂ ਇਹ ਲੰਬਾ ਹੋਈ ਜਾਂਦਾ। ਅਗਲੀ ਸਰਕਾਰ ਅਕਾਲੀਆਂ ਦੀ ਆ ਗਈ ਤੇ ਉਸ ਅਕਾਲੀਆਂ ਦੀ ਸਰਕਾਰ ਦੇ ਵਿੱਚ ਉਹ ਵਜ਼ੀਰ, ਉਹ ਲੋਕ ਜਿਨ੍ਹਾਂ ਨੇ FIR ਦਰਜ ਕੀਤੀਆਂ ਸੀ, ਜਿਨ੍ਹਾਂ ਨੇ ਤਫਤੀਸ਼ਾਂ ਕੀਤੀਆਂ ਸੀ, ਜਿਨ੍ਹਾਂ ਨੇ ਇਹਨਾਂ ਜਾਇਦਾਦਾਂ ਮਾਪਣ ਵਾਸਤੇ ਫੀਤੇ ਫੜ ਕੇ ਆਪਣੇ ਸਾਹਮਣੇ ਲਾਉਂਦੇ ਹੁੰਦੇ ਸੀ, ਸਾਰੇ ਦੇ ਸਾਰੇ ਇਕੱਲੇ ਕਰਕੇ ਉਹ ਗਵਾਹੀਆਂ ਮੁੱਕਰ ਗਏ ਸੀ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਂਦਿਆਂ ਵੀ ਜਿਹੜਾ ਇਹ ਲੈਟਰ ਬੰਬ ਫੋਟਿਆ, ਇਹ ਲੈਟਰ ਬੰਬ ਆਪਾਂ ਨੂੰ ਕਹਾਂਗੇ, ਇਸ ਲੈਟਰ ਬੰਬ ਦੇ ਵਿੱਚ ਉਹਨੇ ਬਹੁਤ ਕੁਛ ਗੱਲ ਕਹਿ ਦਿੱਤੀ ਹੈ ਕਿ ਜੀ ਹਾਂ ਇਹ ਨਿੱਕੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਭੂਮਿਕਾ ਹੈ ਉਹਨਾਂ ਲੋਕਾਂ ਦੇ ਖਿਲਾਫ ਤਾਂ ਕਾਰਵਾਈ ਕੀ ਕਰਨੀ ਸੀ, ਸਗੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਜਿਹੜੇ ਭੁਗਤਣ ਵਾਲੇ ਲੋਕ ਸੀ, ਜਿਹੜੇ ਇਨਸਾਫ ਲੈਣ ਲਈ ਲੜਨ ਵਾਲੇ ਲੋਕ ਸੀ, ਉਹਨਾਂ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਝੂਠੇ ਜਿਹੜੇ ਹੈਗੇ ਹੈ ਇਲਜ਼ਾਮਾਤ ਹੈ ਉਹ ਉਹਨਾਂ ਦੇ ਉੱਤੇ ਲਾਏ ਗਏ ਹੈ। ਔਰ ਜਿਹੜੀ ਹੈਗੀ ਉਹਨਾਂ ਦੇ ਉੱਤੇ ਤਸ਼ੱਦਦ ਵੀ ਕਰਵਾਇਆ ਗਿਆ, ਉਹਨਾਂ 'ਤੇ ਗੋਲੀਆਂ ਵੀ ਚਲਵਾਈਆਂ ਗਈਆਂ। ਸੋ ਇਸ ਦੋਸ਼ ਦੇ ਤਹਿਤ ਇਹਨਾਂ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਇਸ ਮੁੱਦੇ ਨੂੰ ਲੈ ਕੇ ਜਿਹੜੀ ਹੈ ਕਾਫੀ ਕਾਂਗਰਸ ਪਾਰਟੀ ਦੇ ਅੰਦਰ ਵੀ ਹਲਚਲ ਹੈ। ਅੱਜ ਪੂਰਾ ਜਿਹੜਾ ਖੜਕਾਟੇ ਪਏ ਆ ਫਿਰ। ਅੱਛਾ ਜੀ, ਹਾਂ ਵੀ ਹਲਚਲ ਹੋਊਗੀ, ਬਿਆਨਾਂ ਤਾਂ ਜੇ ਹੋਰ ਕੱਲ ਨੂੰ ਪਤਾ ਲੱਗੂਗਾ ਵੀ ਕੀ ਕੁਛ ਹੋਇਆ। ਬਿਲਕੁਲ ਜੀ, ਬਿਲਕੁਲ। ਢਿੱਲੋਂ ਸਾਹਿਬ, ਆਪਣਾ ਇੱਕ ਅਜ਼ੀਜ਼ ਦੋਸਤ ਕਮਲਜੀਤ ਸਿੰਘ ਜੀ ਅਲਵਿਦਾ ਕਹਿ ਗਿਆ ਇਸ ਦੁਨੀਆ ਨੂੰ। 2 ਦਿਨ ਲਗਾਤਾਰ ਆਪਾਂ ਵੀ ਉਹਦੀ ਭਾਲ 'ਚ ਲੱਗੇ ਰਹੇ, ਸਾਰਾ ਕੁਛ ਕੀਤਾ, ਪਰ ਇਹ ਕਿੰਨਾ ਹਾਲਾਤ ਕੀ ਬਣੇ ਸਾਰਾ ਘਟਨਾਕ੍ਰਮ। ਦੇਖੋ ਗੱਲ ਇਹ ਵੀ ਕੱਲ ਆਪਾਂ ਪ੍ਰੋਗਰਾਮ ਨਹੀਂ ਕਰ ਸਕੇ। ਹਾਂਜੀ। ਔਰ ਪ੍ਰੋਗਰਾਮ ਨਾ ਕਰਨ ਦਾ ਕਾਰਨ ਵੱਡਾ ਸਿਰਫ ਇਹੀ ਸੀ ਜੀ ਕਿ ਸਾਨੂੰ ਇਹ ਇਤਲਾਹ ਮਿਲ ਗਈ ਸੀ ਕਿ ਇੱਕ ਡੈੱਡ ਬੋਡੀ NFL ਦੀ ਝੀਲ ਦੇ ਵਿੱਚ ਤੈਰ ਰਹੀ ਹੈ। ਸੋ ਕਿਉਂਕਿ ਕਮਲਜੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਸ਼ਨੀਵਾਰ ਤੋਂ ਗਾਇਬ ਸੀ, ਇਸ ਕਰਕੇ ਸ਼ੱਕ ਪੈਂਦਾ ਸੀ, ਆਪਾਂ ਲੱਭਦੇ ਫਿਰਦੇ ਸਾਂ ਤੇ ਇਹ ਕੁਦਰਤੀ ਹੈ ਕਿ ਜਦੋਂ ਗੈਪ ਪੈ ਗਏ, ਸਮਾਂ ਲੰਬਾ ਹੋ ਗਿਆ, ਬੰਦੇ ਦੇ ਜਿੰਦਾ ਰਹਿਣ ਦੇ ਚਾਂਸਸ ਘੱਟ ਹੁੰਦੇ ਹੈ। ਸੋ ਕੱਲ੍ਹ ਜੋ ਡੈੱਡ ਬੋਡੀ ਉਹਦੀ ਮਿਲ ਗਈ, ਡੈੱਡ ਬੋਡੀ ਮਿਲਣ ਤੋਂ ਬਾਅਦ ਹੌਸਪੀਟਲ 'ਚ ਗਏ, ਸਾਰਾ ਸ਼ਾਮ ਤੱਕ ਦੇ ਹਾਲਾਤ ਇਹੋ ਜਿਹੇ ਸੁਰਜੇਵੇਂ ਸੀ ਕਿ ਸਾਡੇ ਲਈ ਇੱਕ ਸਾਡਾ ਕੁਲੀਗ ਜਿਹੜਾ ਹੈ, ਸਾਡਾ ਇੱਕ ਮਿੱਤਰ, ਬਹੁਤ ਵਧੀਆ ਪੱਤਰਕਾਰ, ਜਦੋਂ ਵਿਛੋੜਾ ਦੇ ਦੇਵੇ ਉਹਨਾਂ ਹਾਲਤਾਂ ਦੇ ਵਿੱਚ ਨਾ ਤਾਂ ਪ੍ਰੋਗਰਾਮ ਕੀਤਾ ਜਾ ਸਕਦਾ ਸੀ ਤੇ ਨਾ ਹੀ ਪ੍ਰੋਗਰਾਮ ਹੋ ਸਕਦਾ ਸੀ। ਬਿਲਕੁਲ, ਕਿਉਂਕਿ ਭਾਵੁਕਤਾ ਦੇ ਗਮ ਦੇ ਵਿੱਚ ਆਪਾਂ ਇੰਨੇ ਜ਼ਿਆਦਾ ਡੁੱਬੇ ਹੋਏ ਸੀ। ਉਸ ਵੇਲੇ ਪ੍ਰੋਗਰਾਮ ਦੇ ਨਾਲ ਵੀ ਇਨਸਾਫ ਨਹੀਂ ਸੀ ਹੋਣਾ, ਸਰੋਤਿਆਂ ਨਾਲ ਇਨਸਾਫ ਨਹੀਂ ਸੀ ਹੋਣਾ। ਇਹਦੇ 'ਚ ਦਾਨੇਵਾਲੀਆ ਸਾਹਿਬ, ਕਮਲਜੀਤ ਸਿੰਘ ਬਾਰੇ ਜਿਹੜੀ ਹੁਣ ਲੇਟੈਸਟ ਇਨਫੋਰਮੇਸ਼ਨ ਆਈ ਹੈ ਉਹ ਇਹ ਆਈ ਹੈ ਕਿ ਕਮਲਜੀਤ ਦਾ ਜਿਹੜਾ ਮੋਬਾਈਲ ਫੋਨ ਸੀ
ਐਪਲ ਦਾ ਫੋਨ ਸੀ। ਹਾਂਜੀ, ਉਹਦੇ ਉੱਤੇ ਜਿਹੜਾ ਚਾੜਿਆ ਹੋਇਆ ਸੀ ਤੁਹਾਡਾ ਐਪਲ ਦੇ ਫੋਨ ਦੇ ਉੱਤੇ ਜਿਹੜਾ ਕਵਰ ਹੈ ਚਾੜਿਆ ਸੀ, ਉਸ ਕਵਰ ਦੇ ਵਿੱਚ ਇੱਕ ਪੇਜ ਜਿਹੜਾ ਹੈਗਾ ਉਹ ਚੌੜਾ ਕਰਕੇ ਉਹਦੇ ਵਿੱਚ ਫਿੱਟ ਕੀਤਾ ਹੋਇਆ ਸੀ। ਹਾਲਾਂਕਿ ਉਹਨੇ ਛਾਲ ਮਾਰਤੀ ਜਾਂ ਉਹਦੀ ਡੈੱਡ ਬੋਡੀ ਜਿਹੜੀ ਹੈਗੀ ਹੈ ਉਹਦੇ ਚੋਂ ਮਿਲਦੀ ਹੈ ਗੱਡੀ ਪਾਣੀ ਚੋਂ ਪਤਾ ਨਹੀਂ ਕਿੰਨਾ ਹਾਲਾਤਾਂ ਦੇ ਵਿੱਚ ਕੀ ਹੋਣੀ ਹੈ। ਲੇਕਿਨ ਉਸ ਦੇ ਵਿੱਚੋਂ ਜਿਹੜਾ ਹੈਗਾ ਉਹ ਜਿਹੜਾ ਨੋਟ ਨਿਕਲਿਆ, ਉਸ ਨੋਟ ਦੇ ਵਿੱਚ ਜਿਹੜੀ ਉਹਨੇ ਕਹਾਣੀ ਲਿਖੀ ਹੈ ਉਹਦੇ ਵਿੱਚ ਉਹਨੇ ਇੱਕ ਪਰਿਵਾਰ ਜਿਹੜਾ ਪੁਲਿਸ ਵਾਲਿਆਂ ਦਾ ਪਰਿਵਾਰ ਹੈ ਉਹਨੂੰ ਟਾਰਗੇਟ ਕੀਤਾ ਹੈ, ਉਹਨੂੰ ਨਿਸ਼ਾਨਾ ਬਣਾਇਆ। ਉਹਨੇ ਕਿਹਾ ਕਿ ਇਸ ਪਰਿਵਾਰ ਦੀ ਬਦੌਲਤ ਜਿਹੜੀ ਹੈਗੀ ਹੈ ਮੈਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ, ਇਹਨਾਂ ਵੱਲੋਂ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਹੋਇਆ ਕੀ ਸੀ। ਅਸਲ ਦੇ ਵਿੱਚ ਕਮਲਜੀਤ ਸਿੰਘ ਦਾ ਜੀਜਾ ਸ਼੍ਰੀ ਜੀ ਉਹ ਪੰਜਾਬ ਪੁਲਿਸ ਦੇ ਵਿੱਚ ਇੱਕ DSP ਦੀ ਨੌਕਰੀ ਦੇ ਉੱਤੇ ਤੈਨਾਤ ਸੀ। ਅੱਜ ਕੱਲ੍ਹ ਤਾਂ ਮੇਰਾ ਖਿਆਲ ਸਸਪੈਂਡ ਚੱਲ ਰਹੀ ਹੈ। ਜਦੋਂ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸੀ ਤਾਂ ਉਹਨਾਂ ਨੂੰ ਉਸ ਬੜੇ ਜਿਹੜਾ ਹੈਗਾ ਆਪਾਂ ਕਹਿ ਸਕਦੇ ਇੰਪੋਰਟੈਂਟ ਡਿਪਾਰਟਮੈਂਟ ਜਿਹੜਾ ਬਣਾਇਆ ਸੀ, ਜਿਹੜਾ ਵਿੰਗ ਬਣਾਇਆ ਸੀ, ਸਪੈਸ਼ਲ ਟਾਸਕ ਫੋਰਸ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ, ਉਹਦੇ ਵਿੱਚ ਉਹਦੀ ਟਰਾਂਸਫਰ ਕਰ ਦਿੱਤੀ ਸੀ ਕਿਉਂਕਿ ਰਿਕਾਰਡ ਉਹਦਾ ਠੀਕ ਸੀ। ਠੀਕ ਰਿਕਾਰਡ ਵਾਲੇ ਬੰਦਿਆਂ ਨੂੰ ਪਾਇਆ ਸੀ ਕਿ ਇਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਖਤਮ ਕਰਨਗੇ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਬਠਿੰਡੇ ਦੇ ਵਿੱਚ ਨਸ਼ਿਆਂ ਦਾ ਜਿਹੜਾ ਕਾਰੋਬਾਰ ਹੈ, ਇਹ ਨਸ਼ਿਆਂ ਦੇ ਕਾਰੋਬਾਰ ਦਾ ਸੰਚਾਲਕ ਪੰਜਾਬ ਪੁਲਿਸ ਦਾ ਹੀ ਇੱਕ ਕਰਮਚਾਰੀ ਹੈ। ਔਰ ਉਹ ਕਰਮਚਾਰੀ ਜਿਹੜਾ ਹੈਗਾ ਆਰਜੀ ਤੌਰ ਤੇ ਉੱਤੇ ਸਬ ਇੰਸਪੈਕਟਰ ਜਾਂ ਇੰਸਪੈਕਟਰ ਦੇ ਰੈਂਕ ਦੇ ਉੱਤੇ ਇਸ ਵੇਲੇ ਕੰਮ ਕਰ ਰਹੀ ਹੈ। ਉਹਦੇ ਖਿਲਾਫ ਪਹਿਲਾਂ ਵੀ ਬੜੇ ਇਲਜ਼ਾਮ ਲੱਗੇ। ਇੱਕ ਵਾਰੀ ਉਹਦਾ ਭਰਾ ਵੀ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਦੇ ਨਾਲ ਫੜਿਆ ਗਿਆ ਸੀ ਔਰ ਉਸ ਬੰਦੇ ਨੂੰ ਫਿਰ ਸਜ਼ਾ ਵੀ ਹੋਈ ਸੀ। ਜਿਸ ਪੁਲਿਸ ਅਫਸਰ ਨੇ ਉਹਦੇ ਭਰਾ ਨੂੰ ਗ੍ਰਿਫਤਾਰ ਕੀਤਾ ਸੀ, ਬਾਅਦ ਦੇ ਵਿੱਚ ਉਹਨੂੰ ਟਰੈਪ ਲਾ ਕੇ ਵਿਜੀਲੈਂਸ ਵਾਲਿਆਂ ਨੇ ਫੜ ਲਿਆ ਸੀ ਕਿ ਉਹ ਕਿਸੇ ਮਾਮਲੇ 'ਚ ਰਿਸ਼ਵਤ ਲੈਂਦਾ ਸੀ। ਇਲਜ਼ਾਮ ਉਦੋਂ ਵੀ ਪੁਲਿਸ ਦੇ ਵਿੱਚ ਇਹ ਲੱਗੇ ਸੀ ਕਿ ਅਸਲ ਦੇ ਵਿੱਚ ਜਿਹੜਾ ਉਹ ਟਰੈਪ ਲਵਾਇਆ ਗਿਆ ਸੀ ਇੱਕ ਪਲੈਨਿੰਗ ਦੇ ਨਾਲ, ਇੱਕ ਯੋਜਨਾਬੰਦੀ ਦੇ ਨਾਲ ਬਣਾਇਆ ਸੀ ਤਾਂ ਕਿ ਉਸ ਥਾਣੇਦਾਰ ਨੂੰ ਸਬਕ ਸਿਖਾਇਆ ਜਾਵੇ ਜਾਂ ਉਸ ਇੰਸਪੈਕਟਰ ਨੂੰ ਸਬਕ ਸਿਖਾਇਆ ਜਾਵੇ ਜਿਹਨੇ ਪੁਲਿਸ ਮੁਲਾਜ਼ਮ ਦੇ ਭਰਾ ਪੁਲਿਸੀਏ ਨੂੰ ਗ੍ਰਿਫਤਾਰ ਕਰਵਾਇਆ ਸੀ ਕੀਤਾ ਸੀ, ਕਿਉਂਕਿ ਉਹ ਵੀ ਉਸ ਵੇਲੇ ਨਸ਼ਿਆਂ ਵਾਲੇ ਕਾਰੋਬਾਰ ਦੇ ਵਿੱਚ ਲੱਗਿਆ ਹੋਇਆ ਸੀ, ਫੜਿਆ ਗਿਆ ਸੀ। ਉਹ ਤੋਂ ਓਪੀਐਮ ਬਰਾਮਦ ਹੋਈ ਸੀ ਤੇ ਉਸ ਬੰਦੇ ਨੂੰ ਸਜ਼ਾ ਹੋ ਗਈ ਸੀ। ਇਸੇ ਤਰੀਕੇ ਕਿਉਂਕਿ ਜਿਹੜੇ STF ਦਾ ਇੰਚਾਰਜ ਸੀ ਕਮਲਜੀਤ ਦਾ ਜੀਜਾ ਜੀ, ਇਹਨੇ ਇੱਕ ਥਾਣੇਦਾਰ ਨੂੰ, ਉਹਦੀ ਵਾਈਫ ਨੂੰ ਤੇ ਉਹਦੇ ਭਰਾ ਨੂੰ ਫੜਿਆ, ਇੱਕ ਗੱਡੀ ਦੇ ਵਿੱਚੋਂ ਫੜਿਆ ਔਰ ਉਹਨਾਂ ਤੋਂ ਜਿਹੜੀ ਹੈਗੀ ਹੈ ਚਿੱਟਾ ਕਹਿ ਲਈਏ ਆਪਾਂ, ਹੈਰੋਇਨ ਡਰੱਗ ਜਿਹੜੀ ਹੈਗੀ ਹੈ ਉਹ ਬਰਾਮਦ ਹੋ ਗਈ। ਬਰਾਮਦ ਹੋਣ ਤੋਂ ਬਾਅਦ ਕੇਸ ਰਜਿਸਟਰ ਹੋਇਆ। ਸ਼ਾਇਦ ਮੇਰਾ ਖਿਆਲ ਹੈ ਵੀ ਉਹ ਲੜਕਾ ਛੱਡਤਾ ਸੀ ਜਾਂ ਤਿੰਨਾਂ ਦੇ ਖਿਲਾਫ ਜਾਂ ਦੋਵਾਂ ਦੇ ਖਿਲਾਫ ਕੇਸ ਰਜਿਸਟਰ ਆ, ਮੀਆਂ ਬੀਬੀ ਦੇ ਖਿਲਾਫ ਕੇਸ ਰਜਿਸਟਰ ਹੋ ਗਿਆ ਸੀ। ਕੇਸ ਰਜਿਸਟਰ ਹੋਣ ਤੋਂ ਬਾਅਦ ਉਹ ਜੇਲ੍ਹ ਚਲੇ ਗਏ। ਸ਼ਾਇਦ ਬੀਬੀ ਦੀ ਉਹਦੀ ਜ਼ਮਾਨਤ ਹੋ ਗਈ ਸੀ ਤੇ ਬਾਅਦ ਦੇ ਵਿੱਚ ਇੱਕ ਦਿਨ ਫਿਰ ਹੋਇਆ ਕੀ, ਅਚਨਚੇਤ ਜਿਹੜੀ ਹੈਗੀ ਹੈ ਮੀਡੀਆ ਵਾਲਿਆਂ ਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਫਲਾਂ ਹੋਟਲ ਦੇ ਵਿੱਚ ਉੱਥੇ ਜਿਹੜੇ ਉਹ DSP ਸਾਹਿਬ ਨੇ ਕਿਸੇ ਔਰਤ ਨੂੰ ਬੁਲਾਇਆ। DSP ਦਾ ਪਹਿਲਾਂ ਨਾਂ ਨਹੀਂ ਦੱਸਿਆ ਸੀ ਔਰ ਉਸ ਔਰਤ ਨੇ ਕਿਹਾ ਕਿ ਮੇਰੇ ਨਾਲ TCBC ਹੋਈ ਵੀ ਹੈ ਔਰ ਮੇਰੇ ਨਾਲ ਉਹਨੇ ਸੈਕਸੁਅਲ ਸੰਬੰਧ ਆਪਣੇ ਬਣਾਉਣੇ। ਪੁਲਿਸ ਨੂੰ ਵੀ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ। ਪੁਲਿਸ ਪਾਰਟੀ ਵੀ ਉੱਥੇ ਪਹੁੰਚ ਗਈ ਹੋਟਲ ਦੇ ਕੋਲੇ। ਉੱਥੇ DSP ਕਿਸ ਕੰਮ ਵਾਸਤੇ ਮੌਜੂਦ ਸੀ, ਨਾਲ ਉਹਦੇ ਗਨਮੈਨ ਸੀ। ਇਹ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਜੇ ਸਟਾਫ ਬੰਦੇ ਦਾ ਉਹਦੇ ਨਾਲ ਮੌਜੂਦ ਹੈ ਤਾਂ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਬੰਦਾ ਕੋਈ ਇਸ ਕਿਸਮ ਦੀ ਜਿਹੜੀ ਹੈ ਗੈਰ ਇਖਲਾਕੀ ਕਾਰਵਾਈ ਕਰੂਗਾ। ਉਹਦੇ ਬੰਦੇ ਜਿਹਦੇ ਨਾਲ ਪਰ ਹੋਇਆ ਕੀ, ਕਿਉਂਕਿ ਮੀਡੀਆ ਦੇ ਕੁਝ ਲੋਕ ਜਿਹੜੇ ਨਾਲ ਸੀ ਰੇਡਿੰਗ ਪਾਰਟੀ ਦੇ, ਉੱਥੋਂ ਉਹਨੂੰ DSP ਸਾਹਿਬ ਨੂੰ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਉਹਦੇ ਖਿਲਾਫ ਰੇਪ ਦੀ FIR ਦਰਜ ਉਸ ਜਨਾਨੀ ਵੱਲੋਂ ਹੋਈ ਜਿਹੜੀ ਥਾਣੇਦਾਰ ਦੇ ਘਰ ਵਾਲੀ ਸੀ ਤੇ ਥਾਣੇਦਾਰ ਜੇਲ੍ਹ ਦੇ ਵਿੱਚ ਸੀ ਉਸ। ਚਲੋ ਹੋਇਆ ਇਹ ਕਿ ਉਹਨੂੰ ਇਮੀਡੀਏਟ ਜਿਹੜਾ ਅਰੈਸਟ ਕੀਤਾ, ਅਰੈਸਟ ਕਰਕੇ ਮੈਡੀਕਲ ਵਗੈਰਾ ਕਰਾਇਆ, ਅਦਾਲਤ 'ਚ ਪੇਸ਼ ਕਰਕੇ ਉਹਨੂੰ ਜੇਲ੍ਹ ਭੇਜਤਾ। ਉਦੋਂ ਤੋਂ ਲੈ ਕੇ ਉਹ ਬੰਦਾ ਜੇਲ੍ਹ 'ਚ ਸ਼ਾਇਦ ਅੱਜ, ਕਿਉਂਕਿ ਕੱਲ੍ਹ ਉਹਦੀ ਜ਼ਮਾਨਤ ਹਾਈ ਕੋਰਟ 'ਚੋਂ ਮਨਜ਼ੂਰ ਹੋਈ ਹੈ, ਅੱਜ ਸ਼ਾਇਦ ਉਹਦੀ ਰਿਹਾਈ ਹੋ ਜਾਏਗੀ। ਕਮਲਜੀਤ ਸਿੰਘ ਦਾ ਸੰਸਕਾਰ ਹੈ ਜਿਹੜਾ ਲੇਟ ਕਰਨ ਦਾ ਮਤਲਬ ਵੀ ਇਹ ਹੈ ਕਿ ਸੰਸਕਾਰ ਦੇ ਵਿੱਚ ਉਹਦਾ ਜੀਜਾ ਜੀ ਆ ਕੇ ਮਤਲਬ ਸ਼ਮੂਲੀਅਤ ਕਰ ਸਕਣ। ਹੁਣ ਨਤੀਜਾ ਹੋਇਆ ਕਿ ਕਮਲਜੀਤ ਉਸ ਵੇਲੇ ਤੋਂ ਬੜਾ ਫਰਸਟ੍ਰੇਟ ਸੀ। ਉਹ ਬੜਾ ਦੁਖੀ ਸੀ ਇਸ ਗੱਲ ਤੋਂ ਕਿ ਮੇਰਾ ਜੀਜਾ ਚੰਗਾ ਭਲਾ ਬੰਦਾ, ਉਹਦਾ ਇਹ ਇਲਜ਼ਾਮ ਉੱਤੇ ਲੱਗ ਕੇ ਤੇ ਕਿਵੇਂ ਗਿਆ, ਕਿ ਉਹ ਕਿਤੇ ਇਸ ਮਾਮਲੇ ਵਿੱਚ ਇਨਵੋਲਵ ਤਾਂ ਨਹੀਂ ਸੀ। ਇਹ ਚੀਜ਼ ਜਿਵੇਂ ਘੁਣ ਲੱਕੜ ਨੂੰ ਖਾਂਦਾ ਹੁੰਦਾ, ਅੰਦਰੇ ਅੰਦਰ ਕਮਲਜੀਤ ਨੂੰ ਜਿਹੜਾ ਖਾਧਾ ਜਾ ਰਿਹਾ ਸੀ। ਵੇਖਣ ਦੇ ਪੱਖ ਤੋਂ, ਬਾਡੀ ਦੇ ਪੱਖ ਤੋਂ ਬਹੁਤ ਵਧੀਆ, ਮਤਲਬ ਇੱਕ ਦਰਸ਼ਨੀ ਜਵਾਨ ਸੀ ਔਰ ਦਰਸ਼ਨੀ ਜਵਾਨ ਸੀ, ਲੇਕਿਨ ਮਾਨਸਿਕ ਤੌਰ ਤੇ ਬਹੁਤ ਬੁਰੀ ਤਰ੍ਹਾਂ ਟੁੱਟਿਆ ਹੋਇਆ ਸੀ। ਸ਼ਨੀਵਾਰ ਨੂੰ ਜਦੋਂ ਉਹ ਆਪਣੇ ਆਫਿਸ ਦੇ ਵਿੱਚੋਂ ਨਿਕਲਿਆ,
ਰਸਤੇ ਦੇ ਵਿੱਚ ਉਹਨੂੰ ਕਿਸੇ ਦੀ ਕਾਲ ਵੀ ਆਈ ਹੈ, ਜਿਸ ਵੇਲੇ ਮਾਲ ਰੋਡ ਤੇ ਸੀ, ਕਿਸੇ ਬੀਬੀ ਹੈ ਕੋਈ ਮਿਊਨਿਸਪਲ ਕਾਉਂਸਲਰ, ਉਹਦੇ ਹਸਬੈਂਡ ਨੇ ਕਾਲ ਕੀਤੀ ਹੈ, COVID-19 ਦਾ ਉਹਨਾਂ ਨੇ ਕੈਂਪ ਲਾਇਆ ਹੋਇਆ ਸੀ ਕਿ ਜੀ ਆ ਸਾਡੀ ਖਬਰ ਵਗੈਰਾ ਲਾ ਦੇ, ਤੇ ਉਹਨੇ ਕਹਿੰਦਾ ਮੈਨੂੰ ਭੇਜ ਦਿਓ, ਮੈਂ ਖਬਰ ਵੀ ਲਾ ਦੂੰ। ਬੰਦਾ ਖਬਰ ਦੀ ਗੱਲ ਵੀ ਕਰ ਰਿਹਾ ਹੈ, ਆਪਣੇ ਆਫਿਸ ਦੇ ਵਿੱਚ ਉਹ ਚੱਲਦਾ ਹੈ, 3 ਝੀਲਾਂ ਰਸਤੇ ਦੇ ਵਿੱਚ ਆਉਂਦੀਆਂ, ਉਹਨਾਂ ਝੀਲਾਂ ਨੂੰ ਉਹ ਕ੍ਰਾਸ ਕਰਦਾ ਹੈ, ਫਿਰ ਅਖੀਰ NFL ਦੇ ਕੋਲੇ ਜਾ ਕੇ ਐਕਸੀਡੈਂਟ ਹੁੰਦਾ ਹੈ। ਐਕਸੀਡੈਂਟ ਹੋਣ ਤੋਂ ਬਾਅਦ ਕੁਛ ਰਾਹਗੀਰ ਉਹਨੂੰ ਕਹਿੰਦੇ ਤੈਨੂੰ ਅਸੀਂ ਲੈ ਜਾਂਦੇ ਹਸਪੀਟਲ ਲੈ ਜਾਂਦੇ, ਉਹ ਕਹਿੰਦਾ ਨਹੀਂ। ਫਿਰ ਉਹ ਆਪਣਾ ਮੋਟਰਸਾਈਕਲ ਇਹਨਾਂ ਨੂੰ ਯੂ ਟਰਨ ਲੈਂਦਾ, ਤੇ ਯੂ ਟਰਨ ਲੈ ਕੇ NFL ਦੀ ਉਹ ਝੀਲ ਦੇ ਬਰਾਬਰ ਆ ਜਾਂਦਾ ਹੈ। ਉੱਥੋਂ ਕਿਹਾ ਜਾਂਦਾ ਕਿ ਕਿਸੇ ਤਰੀਕੇ ਕੰਧ ਲੰਘ ਕੇ ਜਾਂ ਗੇਟ ਲਾ ਕੇ ਉਹ ਅੰਦਰ ਚਲਾ ਗਿਆ, ਤੇ ਉਹਨੇ ਉਹਦੇ ਵਿੱਚ ਛਾਲ ਮਾਰਤੀ। 3 ਦਿਨਾਂ ਦੀ ਭੱਜ ਨੱਠ ਤੋਂ ਬਾਅਦ ਕੱਲ੍ਹ ਉਹਦੀ ਡੈੱਡ ਬੋਡੀ ਮਿਲੀ ਹੈ, ਪੋਸਟਮਾਰਟਮ ਹੋ ਚੁੱਕਾ ਹੈ, ਔਰ ਸ਼ਾਮ ਨੂੰ ਜਿਹੜਾ ਉਹਦਾ ਸੰਸਕਾਰ ਹੋਣਾ ਹੈ। ਸਾਡੇ ਲਈ ਮਤਲਬ ਜਿਹੜਾ ਹੈਗਾ ਇੱਕ ਬਹੁਤ ਵੱਡਾ ਸਦਮਾ ਹੈ, ਮੀਡੀਆ ਦੇ ਲਈ ਬਹੁਤ ਵੱਡਾ ਸਦਮਾ ਹੈ ਕਿ ਇੱਕ ਹੋਣਹਾਰ ਪੱਤਰਕਾਰ, ਉਹਦੇ ਜੀਜੇ ਦਾ ਕੋਈ ਕਸੂਰ ਸੀ ਜਾਂ ਨਹੀਂ ਸੀ, ਅਸੀਂ ਇਸ ਚੱਕਰ ਦੇ ਵਿੱਚ ਨਾ ਪੈਂਦੇ ਹੋਏ ਸਮਾਜ ਦੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਅਲਾਮਤਾਂ ਹੈ, ਸਮਾਜ ਦੇ ਵਿੱਚ ਜਿਹੜੀਆਂ ਇਸ ਕਿਸਮ ਦੀਆਂ ਕਮੀਆਂ ਪੇਸ਼ੀਆਂ, ਉਹਨਾਂ ਕਮੀਆਂ ਪੇਸ਼ੀਆਂ ਦਾ ਨਤੀਜਾ ਹੋਇਆ ਕਿ ਕਰਦਾ ਕੋਈ ਹੈ ਤੇ ਪਰਦਾ ਕੋਈ ਹੈ। ਕਮਲਜੀਤ ਦੇ ਜਿਹੜੇ ਹੈਗੇ ਇੱਕ ਬੇਟਾ ਹੈ, ਉਹ 10th ਦਾ ਸਟੂਡੈਂਟ ਹੈ, ਉਹਦੇ ਮਾਂ-ਬਾਪ ਜਿਹੜੇ ਹੈਗੇ ਉਹਨਾਂ ਦੀ ਬਹੁਤ ਏਜ ਜਿਹੜੀ ਹੈਗੀ, ਏਜ ਦੀ ਬਜਾਏ ਉਹਨਾਂ ਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ, ਉਹ ਬੁਰੀ ਤਰ੍ਹਾਂ ਟੁੱਟੇ ਹੋਏ, ਪਹਿਲਾਂ ਹੀ ਬਿਮਾਰ ਸੀ ਤੇ ਹੁਣ ਬਹੁਤ ਬੁਰੀ ਤਰ੍ਹਾਂ ਦੂਰਾ ਪੈ ਗਿਆ। ਇੱਕ ਜਵਾਈ ਦਾ ਹੋ ਗਿਆ, ਇੱਕ ਪੁੱਤ ਦਾ ਹੋ ਗਿਆ, ਜਵਾਈ ਜੇਲ੍ਹ ਦੇ ਵਿੱਚੋਂ ਆ ਜੂਗਾ, ਚਲੋ ਕੋਈ ਗੱਲ ਨਹੀਂ, ਅੱਜ ਨਹੀਂ ਆਇਆ, 2 ਦਿਨਾਂ ਨੂੰ 4 ਦਿਨਾਂ ਨੂੰ ਫਿਰ ਆ ਜਾਣਾ ਸੀ, ਲੇਕਿਨ ਜਿਹੜਾ ਪੁੱਤ ਦਾ ਸਦਮਾ ਸਿਵਾ ਰੋਜ਼ ਉਹਨਾਂ ਦੇ ਸਾਹਮਣੇ ਬਲੂਗਾ। ਔਰ ਉਹਦੀ ਵਾਈਫ ਜਿਹੜੀ ਹੈਗੀ ਹੈ, ਉਹ ਯੂਐਸ ਦੇ ਵਿੱਚ ਟੀਚਰ ਹੈਗੀ, ਉਹਦੀ ਵਿਚਾਰੀ ਦੀ ਕੀ ਹਾਲਤ ਹੋਊਗੀ। ਚੰਗਾ ਮਤਲਬ ਆਪਾਂ ਕਹਿ ਸਕਦੇ ਚੰਗੇ ਪਰਿਵਾਰ ਦੇ ਨਾਲ ਉਹ ਸੰਬੰਧ ਰੱਖਦਾ ਸੀ, ਰਿਸ਼ਤੇਦਾਰੀਆਂ ਬੜੀਆਂ ਮੋਟੀਆਂ, ਗੁਰੂ ਮਹਾਰਾਜ ਦੀ ਕਿਰਪਾ ਨਾਲ ਇੰਨਾ ਕੁ ਉਹਦੇ ਕੋਲੇ ਰਾਸ਼ਨ ਪਾਣੀ ਸੀ ਕਿ ਉਹਨੂੰ ਨੌਕਰੀ ਕਰਨ ਦੀ ਕੋਈ ਲੋੜ ਨਹੀਂ ਸੀਗੀ। ਵਧੀਆ ਕੋਟ ਸ਼ਮੀਰ ਪਿੰਡਾਂ ਨਾਲ, ਇੱਥੋਂ ਸਾਰਾ 15 ਕਿਲੋਮੀਟਰ ਹੈ, ਔਰ ਉੱਥੇ ਦੀ ਸ਼ਹਿਰੀ ਜਾਇਦਾਦ 8 ਕਿੱਲੇ ਜ਼ਮੀਨ ਮੈਨੇ ਰੱਖਦੀ ਹੈ। 8 ਕਿੱਲੇ ਜ਼ਮੀਨ ਦੀ ਅੱਜ ਆਪਾਂ ਦੇਖੀਏ ਤਾਂ ਘੱਟੋ ਘੱਟ 8 ਕਰੋੜ ਦੀ ਉਸ ਪਿੰਡ ਦੇ ਦੀ। ਇਸੇ ਤਰ੍ਹਾਂ ਨਾਨਕਿਆਂ ਵਾਲੇ ਹਿਸਾਬ ਤੋਂ ਉਹਨੂੰ ਕੁਛ ਜ਼ਮੀਨ ਜਿਹੜੀ ਆਉਂਦੀ ਸੀ 8-10 ਕਿੱਲੇ, ਉਹ ਕਾਲਿਆਂ ਵਾਲੀ ਵੀ ਆਉਂਦੀ ਸੀ, ਹਰਿਆਣੇ ਦੇ ਵਿੱਚ ਆਉਂਦੀ ਸੀ। ਤੇ ਉਹ ਜਿਹੇ ਬੰਦੇ ਦਾ ਇੱਕ ਵੈਲ ਐਜੂਕੇਟਡ ਚੰਗੀ ਫੈਮਿਲੀ ਨਾਲ ਰਿਲੇਟਡ ਉਹ ਸੱਜਣ ਸਾਡੇ ਵਿੱਚ ਇੱਕ ਰੰਗਲਾ ਸੱਜਣ ਨਹੀਂ ਰਿਹਾ। ਔਰ ਇਹਦੇ ਨਾਲ ਨਾ ਸਿਰਫ ਅਸੀਂ, ਮੇਰੇ ਖਿਆਲ ਹੈ ਵੀ ਜਿੰਨਿਆਂ ਵੀ ਲੋਕਾਂ ਦਾ ਕਮਲਜੀਤ ਦੇ ਨਾਲ ਵਾਹ ਪਿਆ, ਬਹੁਤ ਸੀਨੀਅਰ ਜਰਨਲਿਸਟ ਜਿਹੜੇ ਹੈਗੇ। ਕੱਲ੍ਹ ਮੈਨੂੰ ਟ੍ਰਿਬਿਊਨ ਦੇ ਵਿੱਚੋਂ ਸ਼ਾਮ ਨੂੰ ਕੁਦਰਤੀ ਫੋਨ ਆਇਆ ਇੱਕ ਪੁਰਾਣੇ ਮਿੱਤਰ ਦਾ, ਇਸ ਵੇਲੇ ਬਹੁਤ ਚੰਗੇ ਜਰਨਲਿਸਟ ਹੈ, ਉਹ ਵੀ ਮਤਲਬ ਇੰਨੇ ਜ਼ਿਆਦਾ ਚਿੰਤਤ ਸੀ ਕਿ ਮੁੰਡਾ ਯਾਰ ਬਹੁਤ ਵਧੀਆ ਸੀ। ਉਹਨਾਂ ਨੇ ਮੈਨੂੰ ਦੱਸਿਆ ਸਾਡੇ ਸੱਜਣ ਨੇ ਕਿ ਮੈਂ 1-2 ਵਾਰ ਉਹਨਾਂ ਦੇ ਘਰ ਗਿਆ, ਮੈਂ ਉਹਨਾਂ ਦੇ ਘਰੇ ਲੰਗਰ ਪਾਣੀ ਵੀ ਛਕ ਕੇ ਆਇਆ। ਔਰ ਲੁਧਿਆਣੇ ਜਦੋਂ ਇਹ ਆਪਣੇ ਬੇਟੇ ਦਾ ਇਲਾਜ ਕਰਾਉਂਦਾ ਸੀ, ਉਸ ਵੇਲੇ ਉਹਨਾਂ ਦੇ ਘਰ 'ਚ ਵੀ ਆਉਣੀ ਜਾਣੀ ਸੀ। ਸੋ ਦਾਨੇ ਵਾਲੀਆ ਸਾਹਿਬ ਜਿਹੜੀਆਂ ਸਮਾਜ ਦੇ ਵਿੱਚ ਕਮੀਆਂ ਪੇਸ਼ੀਆਂ, ਇਹ ਕਿੱਥੇ ਨਸ਼ਿਆਂ ਨੇ ਆਉਣਾ ਸੀ, ਚਿੱਟੇ ਨੇ ਕਰਨਾ ਸੀ, ਕੀ ਦੀ ਬਦੌਲਤ ਆਇਆ, ਕਿਵੇਂ ਇਹਦੇ ਵਿੱਚ ਲੋਕਾਂ ਨੇ ਹੱਥ ਰੰਗਣੇ ਸ਼ੁਰੂ ਕਰ ਦਿੱਤੇ। ਪੁਲਿਸ ਵਾਲੇ ਜਦੋਂ ਇਹਨਾਂ ਕੰਮਾਂ 'ਚ ਪੈ ਜਾਂਦੇ, ਗੈਂਗ ਬਣ ਜਾਂਦੇ। ਮੇਰੀ ਤਾਂ ਬੇਨਤੀ DGP ਸਾਹਿਬ ਨੂੰ ਇਹੋ ਹੀ ਬੇਨਤੀ ਹੈ ਕਿ ਸਾਡੇ ਸਾਥੀ ਨੂੰ ਸਹੀ ਸ਼ਰਧਾਂਜਲੀ ਇਹੋ ਹੀ ਹੈ। ਅੱਜ ਠੀਕ ਹੈ ਸੰਸਕਾਰ ਹੋਊਗਾ, ਸਰਕਾਰ ਵਾਲੇ ਪਾਸੇ ਰੀਤ ਵੀ ਚੜੂਗੀ, ਉਹਦੇ 'ਤੇ ਸ਼ੋਕ ਸੰਦੇਸ਼ ਵੀ ਆਉਣਗੇ, ਉਹ ਸਾਰੀਆਂ ਚੀਜ਼ਾਂ ਆਪਣੇ ਥਾਂ ਦੇ ਉੱਤੇ ਠੀਕ ਹੈ। ਪੱਤਰਕਾਰ ਭਾਈਚਾਰੇ ਨਾਲ ਉਸ ਪਰਿਵਾਰ ਦੇ ਨਾਲ ਜਿਹੜੀ ਹਮਦਰਦੀ ਜ਼ਾਹਰ ਕੀਤੀ ਜਾਊ। ਲੇਕਿਨ ਵੱਡੀ ਗੱਲ ਹੈ ਕਿ ਜਿਹੜੇ ਲੋਕ ਪੁਲਿਸ ਦੇ ਵਿੱਚ ਰਹਿ ਕੇ ਇਹੋ ਜਿਹਾ ਗੈਰ ਕਾਨੂੰਨੀ ਧੰਦਾ ਕਰਦੇ, ਇੱਕ ਧੰਦਾ ਕਰਵਾਉਂਦੇ ਜਿਹੜੇ ਸੰਚਾਲਕ ਹੈ, ਘੱਟੋ ਘੱਟ ਉਹਨਾਂ ਸੰਚਾਲਕਾਂ ਦੀ ਸ਼ਨਾਖਤ ਹੋਣੀ ਚਾਹੀਦੀ ਹੈ। ਇਹ ਤਾਂ SSP ਤੋਂ ਲੈ ਕੇ ਸਾਰੇ ਲੋਕ ਇੱਥੇ ਬੈਠੇ, ਪੁੱਛ ਲੈਣ, ਅਸੀਂ ਦੱਸ ਦਿੰਦੇ ਬੰਦੇ ਕੌਣ ਹੈ, ਉਹ ਬੰਦੇ ਕੌਣ ਹੈ। ਘੱਟੋ ਘੱਟ ਉਹਨਾਂ ਬੰਦਿਆਂ ਦੇ ਉੱਤੇ ਨਿਗਰਾਨੀ ਰੱਖੀ ਜਾਵੇ, ਉਹ ਇਹੋ ਜਿਹੀਆਂ ਕਾਲੀਆਂ ਭੇਡਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਡਿਪਾਰਟਮੈਂਟ ਦੇ ਵਿੱਚੋਂ। ਇਹ ਵੇਖਿਆ ਜਾਵੇ ਕਿ ਇੱਕ ਸਧਾਰਨ ਬੰਦੇ ਕਨਸਟੇਬਲ ਭਰਤੀ ਹੋਏ ਤੇ ਉਹਨਾਂ ਦੇ ਕੋਲੇ ਕਰੋੜਾਂ ਅਰਬਾਂ ਰੁਪਈਆਂ ਦੀ ਜਾਇਦਾਦ ਬਣੀ ਤਾਂ ਬਣੀ ਕਿਵੇਂ, ਇਹ ਚੀਜ਼ਾਂ ਦੇਖਣ ਦੀ ਲੋੜ ਹੈ। ਜੇ ਸੱਚਮੁੱਚ ਹੀ ਸਟੇਟ ਗੌਰਮੈਂਟ ਨੂੰ ਇਸ ਗੱਲ ਦਾ ਕੋਈ ਦੁੱਖ ਹੈ ਕਿ ਇੱਕ ਹੋਣਹਾਰ ਪੱਤਰਕਾਰ ਇਸ ਦੁਨੀਆ 'ਚ ਨਹੀਂ ਰਿਹਾ, ਤਾਂ ਇਸ ਚੀਜ਼ ਦੀ ਪੜਤਾਲ ਹੋਣੀ ਚਾਹੀਦੀ ਹੈ ਕਿ ਹੂ ਵਾਸ ਰਿਸਪੋਂਸੀਬਲ ਉਹਦੀ ਜਿਹੜੀ ਮੌਤ ਦੇ ਲਈ। ਠੀਕ ਹੈ, ਉਹਦੇ ਜੀਜੇ ਦੇ ਉੱਤੇ ਕੇਸ ਬਣ ਗਿਆ, ਬਣਾ ਗਿਆ, ਉਹਦੇ ਜੀਜੇ ਨੂੰ ਕਿਸ ਢੰਗ ਨਾਲ ਕੌਂਸਪੀਰੇਸੀ ਜਿਹੜੀ ਤਿਆਰ ਕੀਤੀ ਹੈ, ਉਸ ਕੌਂਸਪੀਰੇਟਰ ਨੂੰ ਜ਼ਰੂਰ ਐਕਸਪੋਜ਼ ਕਰਕੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜੀ। ਸੋ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਦੇ ਹਾਂ ਜੀ। ਦੂਸਰੇ ਪਾਸੇ ਢਿੱਲੋਂ ਸਾਹਿਬ, ਪੰਜਾਬ ਦੀ ਜਿਹੜੀ ਹੈ ਢੀਂਡਸੇ ਤੇ ਬ੍ਰਹਮਪੁਰਾ ਦੀ ਨਵੀਂ ਨੀਤੀ ਕੀ ਹੈ ਜੀ? ਦੇਖੋ ਗੱਲ ਦਾਨੇ ਵਾਲੀਆ ਸਾਹਿਬ, ਇਸ ਵੇਲੇ ਜੇ ਆਪਾਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਖਲਾ ਹੈ ਜੀ। ਲੋਕ ਮੌਜੂਦਾ ਸਰਕਾਰ ਤੋਂ ਸੰਤੁਸ਼ਟ ਨਹੀਂ, ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ ਜੀ। ਲੇਕਿਨ ਲੋਕ ਲੈ ਕੇ ਕਿਹਨੂੰ ਆਉਣ, ਵੱਡਾ ਸਵਾਲੀਆ ਨਿਸ਼ਾਨ ਉਹਨਾਂ ਦੇ ਸਾਹਮਣੇ ਇਹ ਹੈ ਜੀ। ਹੁਣ ਸਭ ਤੋਂ ਵੱਡੀ ਗੱਲ ਜੇ ਦੇਖੀਏ ਤਾਂ ਇਸ ਵੇਲੇ ਆਪੋਜੀਸ਼ਨ ਦੀ ਭੂਮਿਕਾ ਦੇ ਵਿੱਚ ਕੌਣ ਹੈ? ਉਹ ਹੈ ਜੀ ਆਮ ਆਦਮੀ ਪਾਰਟੀ ਜੀ। ਆਪੋਜੀਸ਼ਨ ਦੇ ਲੀਡਰ ਕੌਣ ਹੈ? ਹਰਪਾਲ ਸਿੰਘ ਚੀਮਾ।
ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ 2017 ਦੇ ਵਿੱਚ ਜਿਹੜੀ ਇਹਦੀ ਪਰਫਾਰਮੈਂਸ ਸੀ ਨਾ, ਪਹਿਲਾਂ ਆਪਾਂ ਦੇਖੀਏ 2014 'ਚ ਜਿਹੜੀ ਇਹਦੀ ਪਰਫਾਰਮੈਂਸ ਸੀ, ਇਹਨਾਂ ਦੇ 4 ਲੋਕ ਸਭਾ ਦੇ ਮੈਂਬਰ ਜਿੱਤੇ ਹੈ ਸਾਰੇ ਹਿੰਦੁਸਤਾਨ 'ਚ, ਔਰ ਉਹ ਚਾਰੇ ਦੇ ਚਾਰੇ ਪੰਜਾਬ ਨਾਲ ਸੰਬੰਧਿਤ ਹੈ। ਭਗਵੰਤ ਸਿੰਘ ਮਾਨ, ਹਰਿੰਦਰ ਸਿੰਘ ਖਾਲਸਾ, ਧਰਮਵੀਰ ਗਾਂਧੀ ਤੇ ਪ੍ਰੋਫੈਸਰ ਸਾਧੂ ਸਿੰਘ। ਲੇਕਿਨ ਕੁਝ ਇਸ ਕਿਸਮ ਦੇ ਕੈਂਡੀਡੇਟ ਵੀ ਹੈ ਜਿਹੜੇ ਬਿਲਕੁਲ ਜਿੱਤ ਦੀਆਂ ਬਰੂਹਾਂ ਤੇ ਪਹੁੰਚ ਕੇ ਅਸਫਲ ਹੋ ਗਏ। ਉਹਨਾਂ ਦੇ ਵਿੱਚ HS ਫੂਲਕਾ ਸਾਹਿਬ ਵੀ ਆਉਂਦੇ ਹੈ। ਉਹਨਾਂ ਦੇ ਵਿੱਚ ਚੰਗੀਆਂ ਵੋਟਾਂ ਲੈਣ ਵਾਲਿਆਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਜਿਹੜੇ ਸੰਸਾਰ ਪ੍ਰਸਿੱਧ ਆਈ ਸਰਜਨ ਸੀ ਉਹ ਵੀ ਆਉਂਦੇ ਹੈ। ਸੁੱਚਾ ਸਿੰਘ ਛੋਟੇਪੁਰ ਨੇ ਵੀ ਵੋਟ ਚੰਗੀ ਲਈ ਸੀ, ਵਗੈਰਾ ਵਗੈਰਾ, ਉਹ ਲੋਕ ਆਉਂਦੇ ਸੀ। ਫਿਰ ਅਸੀਂ ਦੇਖੀਏ ਕਿ ਜਿਹੜੀ ਉਦੋਂ ਦੀ ਚੜ੍ਹਾਈ ਸੀ 2014 ਵਾਲੀ, ਉਹ 2017 ਦੇ ਵਿੱਚ ਚੜ੍ਹਾਈ ਉਨੀ ਨਹੀਂ ਰਹੀ। 2017 ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਅਸੀਂ ਸਰਕਾਰ ਬਣਾਵਾਂਗੇ, ਲੇਕਿਨ ਉਹਨਾਂ ਦੀ ਆਪਣੀ ਲੀਡਰਸ਼ਿਪ ਨੇ ਜਿਹੜੀ ਕੜੀ ਘੋਲੀ ਤੇ ਜੋ ਕਿਸਮ ਦਾ ਮਤਲਬ ਇਹਨਾਂ ਨੇ ਗੰਦਮੰਦ ਸਾਰੇ ਦਾ ਸਾਰਾ ਜਿਹੜਾ ਹੈਗਾ ਵਲੰਟੀਅਰਾਂ ਦੀ ਬਜਾਏ ਉਹ ਭਰਤੀ ਕੀਤਾ, ਉਹਦਾ ਨਤੀਜਾ ਹੋਇਆ ਸੀ ਕਿ ਸੀਟਾਂ 20 ਤੱਕ ਰਹਿ ਗਈ ਸੀ। ਲੇਕਿਨ ਜੇ ਅਕਾਲੀ ਦਲ ਦੀ ਆਪਾਂ ਹਾਲ ਦੇਖੀ ਤਾਂ ਅਕਾਲੀ ਦਲ ਜਿਹੜਾ 1920 ਦੇ ਵਿੱਚ ਬਣਿਆ ਸੀ, ਸਭ ਤੋਂ ਪੁਰਾਣੀ ਪੰਜਾਬ ਦੀ ਪਾਰਟੀ, ਉਸ ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਉਹ ਜਿਹੜੀ ਹੈਗੀ ਹੈ ਪਛੜ ਕੇ ਤੀਜੇ ਸਥਾਨ ਤੇ ਚਲੀ ਗਈ ਸੀ। ਆਪੋਜੀਸ਼ਨ ਦਾ ਰੁਤਬਾ ਵੀ ਉਹਨਾਂ ਦੇ ਕੋਲੇ ਨਹੀਂ ਸੀ ਰਿਹਾ। ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਭਾਗੀਦਾਰ ਸੀ, ਉਹਨੂੰ 2 ਸੀਟਾਂ ਮਿਲ ਗਈਆਂ ਸੀ। ਲੇਕਿਨ ਹੁਣ ਆ ਜਿਹੜਾ ਖੇਤੀ ਕਾਨੂੰਨਾਂ ਦੀ ਵਜ੍ਹਾ ਕਾਰਨ ਭਾਰਤੀ ਜਨਤਾ ਪਾਰਟੀ ਨਾਲੋਂ ਵੀ ਅਕਾਲੀ ਦਲ ਦਾ ਤੋੜ ਵਿਛੋੜਾ ਹੋ ਗਏ। ਅਸੀਂ ਦੂਜੀ ਗੱਲ ਕਰੀਏ, ਕਮਿਊਨਿਸਟ ਪਾਰਟੀਆਂ, ਉਹਨਾਂ ਦੀ ਮੌਜੂਦਗੀ ਜ਼ਰੂਰ ਹੈ ਹਰ ਥਾਂ ਤੇ, ਹਰ ਪਿੰਡ ਦੇ ਵਿੱਚ ਉਹਨਾਂ ਦੀ ਮੌਜੂਦਗੀ ਹੈ, ਲੇਕਿਨ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦੀ ਇਸ ਵੇਲੇ ਦੀ ਜਿਹੜੀ ਹੈ ਪਰਫਾਰਮੈਂਸ ਉਹ ਜ਼ੀਰੋ ਹੈ, ਕਿਉਂਕਿ ਉਹਨਾਂ ਦੇ ਕੋਲ ਕੋਈ MLA ਨਹੀਂ ਹੈ। ਬਹੁਜਨ ਸਮਾਜ ਪਾਰਟੀ ਹੈ, ਉਹਨਾਂ ਕੋਲ ਆਪਣਾ ਇੱਕ ਵੋਟ ਬੈਂਕ ਹੈਗਾ, ਲੇਕਿਨ ਉਹ ਵੋਟ ਬੈਂਕ ਜਿਹੜਾ ਹੈਗਾ ਜਿੱਤ ਦੇ ਵਿੱਚ ਤਬਦੀਲ ਹੁੰਦਾ ਨਾ ਪਹਿਲਾਂ ਸੀ ਤੇ ਨਾ ਹੁਣ ਦਿਖਦਾ ਹੈ। ਸੋ ਇਸ ਵੇਲੇ ਜੇ ਆਪਾਂ ਦੇਖੀਏ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੀ ਸਥਿਤੀ ਜਿਹੜੀ ਹੈਗੀ ਕੋਈ ਚੰਗੀ ਨਹੀਂ। ਜਾਣ ਤਾਂ ਲੋਕ ਕਿਹੜੇ ਪਾਸੇ ਨੂੰ ਜਾਣ, ਇੱਥੇ ਵੱਖ-ਵੱਖ ਫਿਰ ਜਿਹੜੇ ਹੈਗੇ ਫਰੰਟ ਬਣਾਏ ਜਾ ਰਹੇ ਹੈ, ਵੱਖ-ਵੱਖ ਜਿਹੜੇ ਹੈਗੇ ਹੈ ਲੋਕਾਂ ਦੇ ਸਾਹਮਣੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਤੇ ਉਹ ਤੋਂ ਬਾਅਦ ਜਿਹੜੀ 2017 ਦੇ ਵਿੱਚ ਅਕਾਲੀ ਦਲ ਦੀ ਦੁਰਗਤ ਹੋਈ ਹੈ, ਇਸ ਮੁੱਦੇ ਨੂੰ ਲੈ ਕੇ ਸਭ ਤੋਂ ਪਹਿਲਾਂ ਰਣਜੀਤ ਸਿੰਘ ਬਰਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ ਵਗੈਰਾ, ਇਹਨਾਂ ਸਾਰੇ ਲੋਕਾਂ ਨੇ ਅਕਾਲੀ ਦਲ ਨੂੰ ਫਤਿਹ ਬੁਲਾਤੀ ਸੀ। ਔਰ ਅਕਾਲੀ ਦਲ ਨੂੰ ਫਤਿਹ ਬੁਲਾ ਕੇ ਇਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾ ਲਈ ਸੀ ਜਿਹਦਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ। ਫਿਰ ਜਿਹੜੀ ਹੈਗੀ ਥੋੜ੍ਹੇ ਸਮੇਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਅਹੁਦਿਆਂ ਤੋਂ ਪਹਿਲਾਂ ਤਾਂ ਸਾਰਿਆਂ ਤੋਂ ਅਸਤੀਫਾ ਦਿੱਤਾ। ਅਸਤੀਫਾ ਦੇਣ ਤੋਂ ਬਾਅਦ ਫਿਰ ਲੋਕ ਸਭਾ ਦੀਆਂ 2019 ਦੀਆਂ ਚੋਣਾਂ ਆਈਆਂ। 2019 ਦੀਆਂ ਚੋਣਾਂ 'ਚ ਭਾਵੇਂ ਸੰਗਰੂਰ ਹਲਕੇ ਤੋਂ ਉਹਨਾਂ ਦੇ ਬੇਟੇ ਨੂੰ ਟਿਕਟ ਦੇ ਦਿੱਤੀ ਸੀ, ਪਰਮਿੰਦਰ ਸਿੰਘ ਢੀਂਡਸਾ ਨੂੰ, ਅਕਾਲੀ ਦਲ ਵਾਲਿਆਂ ਨੇ, ਪਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਬੇਟੇ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਨਹੀਂ ਸੀ ਕੀਤਾ। ਥੋੜ੍ਹੇ ਅਰਸੇ ਬਾਅਦ ਸਮਾਂ ਲੰਘਦਾ ਗਿਆ ਤੇ ਉਹਨਾਂ ਨੇ ਵੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਤੁਹਾਡੇ ਵੀ ਯਾਦ ਆ ਤੇ ਮੇਰੇ ਵੀ ਯਾਦ ਆ, ਫਿਰ ਉਦੋਂ ਅਕਾਲੀ ਦਲ ਵਾਲਿਆਂ ਨੇ ਸੰਗਰੂਰ ਦੇ ਵਿੱਚ ਇੱਕ ਰੈਲੀ ਕਰਕੇ, ਰੈਲੀ ਦੇ ਵਿੱਚ ਇਹ ਐਲਾਨ ਕੀਤਾ ਸੀਗਾ ਕਿ ਜੀ ਅਸੀਂ ਸੁਖਦੇਵ ਸਿੰਘ ਢੀਂਡਸਾ ਔਰ ਉਹਦੇ ਬੇਟੇ ਨੂੰ ਅਕਾਲੀ ਦਲ ਦੇ ਵਿੱਚੋਂ ਬਰਖਾਸਤ ਕਰਦੇ ਹਾਂ। ਮੁਕਾਬਲੇ ਦੇ ਉੱਤੇ ਫਿਰ ਉਹਨਾਂ ਨੇ ਇੱਕ ਰੈਲੀ ਕੀਤੀ ਸੀ ਤੇ ਉਸ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਸੀ ਸੁਖਬੀਰ ਸਿੰਘ ਬਾਦਲ, ਨਾ ਸਿਰਫ ਉਹਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਉਣੇ, ਸਗੋਂ ਦੀ ਮੁੱਢਲੀ ਮੈਂਬਰਸ਼ਿਪ ਵੀ ਰੱਦ ਕਰਦੇ। ਇਹ ਗੱਲਾਂ ਸਾਰੀਆਂ ਚੱਲ ਪਈਆਂ ਸੀ ਔਰ ਕੁਝ ਸਮਾਂ ਇਹ ਚੱਲਦਾ ਰਿਹਾ ਕਿ ਇਹਨਾਂ ਦੀ ਕੋਆਰਡੀਨੇਸ਼ਨ ਆਪਸ ਵਿੱਚ ਵਧੀਆ ਚੱਲਦੀ ਹੈ ਤੇ ਪਾਰਟੀ ਇੱਕ ਬਣੂਗੀ। ਲੇਕਿਨ ਉਹ ਪਾਰਟੀ ਇੱਕ ਨਾ ਬਣੀ। ਨਤੀਜਾ ਕੀ ਹੋਇਆ ਕਿ ਅੱਗੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦਾ ਐਲਾਨ ਕਰਤਾ ਜਿਹਦਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਉਹ ਇੱਕ ਡੈਮੋਕ੍ਰੈਟਿਕ ਬਣ ਗਿਆ, ਇੱਕ ਟਕਸਾਲੀ ਅਕਾਲੀ ਦਲ ਬਣ ਗਿਆ। ਹੁਣ ਇਹ ਦਾਨੇਵਾਲੀਆ ਸਾਹਿਬ ਜੇ ਆਪਾਂ ਦੇਖੀਏ, ਦੋਨਾਂ ਦਾ ਏਜੰਡਾ ਇੱਕੋ, ਦੋਨੋਂ ਇੱਕੋ ਮੁੱਦੇ ਦੇ ਉੱਤੇ ਛੱਡ ਕੇ ਆਏ ਕਿ ਘੱਟੋ ਘੱਟ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਵੇ। ਔਰ ਇਹਨਾਂ ਦੀਆਂ ਸਟੇਟਮੈਂਟਸ ਵੀ ਆਉਂਦੀਆਂ ਰਹੀਆਂ ਕਿ ਅਸੀਂ ਬਾਰ-ਬਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਬੇਨਤੀ ਕਰਦੇ ਰਹੇ ਸੀ ਕਿ ਤੁਸੀਂ ਆਪਣੇ ਬੇਟੇ ਨੂੰ ਲਾਂਭੇ ਕਰਕੇ ਕਮਾਂਡ ਆਪਣੇ ਹੱਥ ਵਿੱਚ ਲਓ, ਅਕਾਲੀ ਦਲ ਨੂੰ ਪੁਰਾਣੀ ਬੁਲੰਦੀ ਦੇ ਉੱਤੇ ਲੈ ਆਓ ਤੇ ਉਹ ਤੋਂ ਬਾਅਦ ਬੇਸ਼ੱਕ ਤੁਸੀਂ ਇਹਦੇ ਸਪੁਰਦ ਕਰ ਦਿਓ। ਔਰ ਇਹ ਵੀ ਗੱਲਾਂ ਸੁਣਨ ਦੇ ਵਿੱਚ ਆਈਆਂ ਕਿ ਜਦੋਂ ਇਹ ਡਿਮਾਂਡ ਕੀਤੀ ਗਈ ਸੀ ਪਾਰਟੀ ਮੀਟਿੰਗ ਦੇ ਵਿੱਚ ਤੇ ਥੋੜਾ ਸਮਾਂ ਬਾਅਦ ਫਿਰ ਸੁਖਦੇਵ ਸਿੰਘ ਢੀਂਡਸਾ ਦੇ ਘਰ ਗਏ ਸੀ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਨੇ ਜਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅੰਕਲ ਸ਼੍ਰੀ ਮੇਰੇ ਤੇ ਤੁਸੀਂ ਮਤਲਬ ਰਹਿਮ ਕਰੋ, ਮੈਨੂੰ ਬਖਸ਼ੋ, ਮੇਰਾ ਤੁਸੀਂ ਇਸ ਤਰ੍ਹਾਂ ਨਾ ਕਰੋ। ਲੇਕਿਨ ਜਦੋਂ ਦੋਨੋਂ ਅਲੱਗ-ਅਲੱਗ ਹੋ ਗਏ ਤੇ ਉਹਨਾਂ ਦਾ ਏਜੰਡਾ ਇੱਕੋ ਤੇ ਇੱਕੋ ਏਜੰਡਾ ਹੋਣ ਦੇ ਬਾਵਜੂਦ ਕਿਉਂ ਫਿਰ ਇਹ ਦੁਬਾਰਾ ਪਾਰਟੀਆਂ ਦੋ ਕਿਉਂ ਬਣ ਗਈਆਂ? ਇੱਥੇ ਦਾਨੇਵਾਲੀਆ ਸਾਹਿਬ ਫਿਰ ਆਪਾਂ ਨੂੰ ਦੇਖਣਾ ਪੈਣਾ ਕਿ ਅਸਲ ਦੇ ਵਿੱਚ ਦੋਨਾਂ ਜਿਹੜੀਆਂ ਪਾਰਟੀਆਂ ਦੀਆਂ ਜਿਹੜੀਆਂ ਕਿਸ਼ਤੀਆਂ, ਚਾਹੇ ਸੁਖਦੇਵ ਸਿੰਘ ਢੀਂਡਸਾ ਦੀ ਕਿਸ਼ਤੀ ਹੈ ਤੇ ਚਾਹੇ
ਬ੍ਰਹਮਪੁਰਾ ਸਾਹਿਬ ਦੀ ਕਿਸ਼ਤੀ ਹੈ, ਇਹ ਇਹਨਾਂ ਦੋਨਾਂ ਕਿਸ਼ਤੀਆਂ ਦੇ ਵਿੱਚ ਸਵਾਰੀਆਂ ਬੜੀਆਂ ਕਲਲੀਆਂ। ਇਹਦੇ 'ਚ ਮੇਰੀ ਕਿਸੇ ਰਾਜਨੀਤਿਕ ਦਰਸ਼ਕ ਨਾਲ ਗੱਲ ਹੋ ਰਹੀ ਸੀ ਜੀ। ਮੈਂ ਕਿਹਾ ਵੀ ਇਹਦਾ ਤੁਹਾਡਾ ਇਹਦੇ ਬਾਰੇ ਕੀ ਟਿੱਪਣੀ ਹੈ? ਤੇ ਉਹਨੇ ਮੈਨੂੰ ਕਿਹਾ ਸੀ, ਕਹਿੰਦਾ ਵੀ ਇਹ ਅਕਾਲੀ ਦਲ ਜਾਂ ਇਹ ਜਿਹੜੀ ਨਵੀਂ ਪਾਰਟੀ ਬਣੂਗੀ ਇਹ ਕਾਮਯਾਬ ਹੋ ਸਕਦੀ ਹੈ ਜੀ ਜੇ ਇਹ ਭਟਕਦੀਆਂ ਰੂਹਾਂ ਤੋਂ ਛੁਟਕਾਰਾ ਹਾਸਲ ਕਰ ਲੈ। ਮੈਂ ਕਿਹਾ ਵੀ ਭਟਕਦੀਆਂ ਰੂਹਾਂ ਕੌਣ? ਮੈਂ ਇੱਕ ਲੱਲੀਆਂ ਸਵਾਰੀਆਂ ਜਿਹਨਾਂ ਨੂੰ ਕਹਿੰਦੇ, ਤੇ ਫਿਰ ਉਹਨੇ ਭਟਕਦੀਆਂ ਰੂਹਾਂ ਦਾ ਜਵਾਬ, ਉਹ ਭਟਕਦੀਆਂ ਰੂਹਾਂ ਦੇ ਵਿੱਚ ਕਿਉਂਕਿ ਮਾਮਲਾ ਫਿਰ ਵੀ ਸ਼ਿਸ਼ਟਾਚਾਰ ਦਾ, ਅਸੀਂ ਉਹਨਾਂ ਦੇ ਨਾਂ ਨਹੀਂ ਲੈਣਾ ਚਾਹਾਂਗੇ ਕਿਉਂਕਿ ਜੇ ਅਸੀਂ ਇਸ ਪਲੇਟਫਾਰਮ ਤੋਂ ਨਾਂ ਲੈਂਦੇ ਹਾਂ ਤਾਂ ਉਹਨਾਂ ਦਾ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਧੱਕਾ ਕਰਾਂਗੇ ਕਿਉਂਕਿ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ, ਅਸੀਂ ਉਹਨਾਂ ਦਾ ਨਾਂ ਲੈ ਦਿਆਂਗੇ, ਡੀਫੇਮ ਕਰ ਦਿਆਂਗੇ। ਲੇਕਿਨ ਜਿਹੜੀ ਮੈਨੂੰ ਨੇ ਗੱਲ ਕਹੀ, ਜਿਹੜੀ ਰਾਜਨੀਤਿਕ ਦਰਸ਼ਕ ਨੇ, ਉਹਦੇ ਵਿੱਚ ਉਹਨੇ ਕਿਹਾ ਕਿ ਇਹ ਭਟਕਦੀਆਂ ਰੂਹਾਂ ਉਹ ਹੈ ਜਿਹੜੀਆਂ ਚਾਹੁੰਦੀਆਂ ਤਾਂ ਇਹ ਹੈ ਕਿ ਉਹ ਕੁਛ ਬਣ ਜਾਣ, ਉਹ ਬਣ ਜਾਣ ਕੁਛ ਨਾ ਕੁਛ ਉਹਨਾਂ ਕੋਲ ਵਧੀਆ। ਜੇ ਭਾਸ਼ਣ ਬਹੁਤ ਸ਼ਾਨਦਾਰ ਕਰਦੇ ਆ, ਲਿਖਦੇ ਬੜਾ ਵਧੀਆ ਹੈ, ਔਰ ਲੋਕਾਂ ਦੇ ਵਿੱਚ ਉਹਨਾਂ ਦੇ ਬੋਲਣ ਦਾ ਅੰਦਾਜ਼ ਐਡਾ ਸ਼ਾਨਦਾਰ ਹੈ ਕਿ ਲੋਕ ਉਹਨਾਂ ਨੂੰ ਚਾਹੁੰਦੇ ਆ ਕਿ ਹਾਂਜੀ ਇਹ ਬੰਦਾ ਕੁਛ ਕਰੇ। ਉਹ ਵੀ ਕਹਿੰਦੇ ਆ ਕਿ ਜੀ ਅਸੀਂ ਪੋਟਾ ਦੁਖੀ ਆ ਪੰਜਾਬ ਦੇ ਦਰਦ ਨਾਲ। ਇਹ ਜਿਹੜਾ ਪੰਜਾਬ ਜਿਸ ਜ਼ਿਲ੍ਹਨ 'ਚ ਬੜਿਆ ਪਿਆ, ਤੇ ਇਸ ਜ਼ਿਲ੍ਹਨ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਸਾਡੇ ਹਿੱਸੇ ਦੀ ਗੱਲ ਹੈ ਤੇ ਅਸੀਂ ਕੱਢ ਰਹੇ ਹਾਂ। ਤੇ ਲੋਕਾਂ ਨੂੰ ਚਾਹੀਦਾ ਕਿ ਲੋਕ ਸਾਨੂੰ ਵੋਟਾਂ ਪਾਉਣ, ਸਾਡੇ 'ਚ ਵਿਸ਼ਵਾਸ ਪ੍ਰਗਟ ਕਰਨ। ਪਰ ਉਹ ਕਹਿੰਦੇ ਵੀ ਗੱਲ ਕਰਦਿਆਂ ਕਰਾਉਂਦੇ ਆ ਕਿ ਉਹਦਾ ਉਦੋਂ ਪਤਾ ਲੱਗਦਾ ਵੀ ਤੜਕੇ ਉਹ ਕਿਸੇ ਪਾਰਟੀ 'ਚ ਹੋਰ ਹੁੰਦੇ, ਦੁਪਹਿਰ ਨੂੰ ਹੋਰ ਤੇ ਸ਼ਾਮ ਨੂੰ ਤੀਜੀ ਪਾਰਟੀ। ਰੇਲ ਗੱਡੀ ਚੜੇ ਹੁੰਦੇ ਆ ਨਾ ਵੀ ਬ੍ਰੇਕਫਾਸਟ ਕਿਤੇ ਤੇ ਹੇਠਾਂ ਉਤਰ ਕੇ ਪੈਰ ਫੇਰ ਉੱਥੇ ਦੀ ਉੱਥੇ। ਉਹ ਕਹਿੰਦੇ ਵੀ ਜਿਹੜੀ ਇਸ ਕਿਸਮ ਦਾ ਜਿਹੜੀਆਂ ਉਹ ਕਲੱਲੀਆਂ ਸਵਾਰੀਆਂ ਅਜੇ ਵੀ ਨਾਲ ਫਿਰਦੀਆਂ। ਤੇ ਜੇ ਕਲੱਲੀਆਂ ਸਵਾਰੀਆਂ ਨਾਲ ਹੋਣਗੀਆਂ ਤਾਂ ਫਿਰ ਇਹ ਜਿਹੜੀ ਹੈਗੀ ਆ ਕਾਠ ਦੀ ਹਾਂਡੀ ਕਹਿੰਦੇ ਵਾਰ-ਵਾਰ ਸਿਰੇ ਨਹੀਂ ਚੜ੍ਹਦੀ ਹੁੰਦੀ। ਲੇਕਿਨ ਜਿਵੇਂ ਹੁਣ ਇਹਨੇ ਕੋਸ਼ਿਸ਼ ਕੀਤੀ ਹੈ ਕਿ ਦੋਨੋਂ ਪਾਰਟੀਆਂ ਭੰਗ ਕਰਤੀਆਂ। ਢੀਂਡਸਾ ਸਾਹਿਬ ਨੇ ਆਪਦੀ ਪਾਰਟੀ ਭੰਗ ਕਰਤੀ ਹੈ ਤੇ ਨਾਲ ਉਹਨਾਂ ਨੇ ਆਪਦੀ ਪਾਰਟੀ ਭੰਗ ਕਰਤੀ ਹੈ। ਹੁਣ ਉਹ ਕਹਿੰਦੇ ਅਸੀਂ ਕਿ ਨਵੀਂ ਪਾਰਟੀ ਬਣਾਵਾਂਗੇ, ਔਰ ਨਵੀਂ ਪਾਰਟੀ ਨਹੀਂ ਬਣਾਵਾਂਗੇ, ਸਗੋਂ ਕਹਿੰਦੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਪ੍ਰੋਗਰਾਮ ਦੇਵਾਂਗੇ। ਔਰ ਨਵੀਂ ਪਾਰਟੀ ਜਿਹੜੀ ਹੈਗੀ ਹੈ ਚੌਥਾ ਫਰੰਟ ਪੰਜਾਬ 'ਚ ਬਣਾਉਣ ਵਾਸਤੇ ਜਾ ਰਹੀ ਹੈ। ਔਰ ਇਹ ਚੌਥਾ ਫਰੰਟ ਜਿਹੜਾ ਹੈਗਾ ਮੌਜੂਦਾ ਪ੍ਰਵੇਲਿੰਗ ਸਿਚੁਏਸ਼ਨ ਦੇ ਵਿੱਚ ਇੱਕ ਨਵਾਂ ਪਲੇਟਫਾਰਮ ਮੁਹੱਈਆ ਕਰਾਊਗਾ ਪੰਜਾਬ ਦੇ ਲੋਕਾਂ ਨੂੰ, ਜਿਹਦੇ ਜ਼ਰੀਏ ਉਹ ਕਹਿੰਦੇ ਵੀ ਅਸੀਂ ਇੱਥੇ ਜਿਹੜੀ ਹੈਗੀ ਹੈ ਸੱਤਾ ਤਬਦੀਲੀ ਕਰਾਂਗੇ ਤੇ ਸੱਤਾ ਤਬਦੀਲੀ ਕਰਕੇ ਫਿਰ ਲੋਕਾਂ ਦੇ ਜਿੰਨੇ ਦੁੱਖ ਦਰਦ ਹੈ ਸਭ ਹਰਨ ਕਰ ਦਿਆਂਗੇ ਜੀ। ਕਹਿੰਦੇ ਪੱਕਾ ਤਵੀਤ ਕਰ ਦਿਆਂਗੇ। ਉਹਨੂੰ ਦੇਖਣਾ ਹੈ ਕਿ ਪਹਿਲੀ ਗੱਲ ਹੈ ਵੀ ਇਹ 9 ਮਣ ਤੇਲ ਇਕੱਠਾ ਹੁੰਦਾ ਹੈ, ਰਾਧਾ ਦੇ ਨੱਚਣ ਦੀ ਕੋਈ ਗੱਲ ਬਣਦੀ ਹੈ ਕਿ ਨਹੀਂ ਬਣਦੀ, ਤੇ ਉਹ ਤੋਂ ਬਾਅਦ ਫਿਰ ਅਸੀਂ ਸਾਡੇ ਦੁੱਖ ਦਰਦ ਤਾਂ ਬਾਅਦ ਦੇ ਵਿੱਚ ਦੇਖ ਲਾਂਗੇ। ਪਹਿਲਾਂ ਇਹ ਆਪਦੇ ਦੁੱਖ ਦਰਦ ਜ਼ਰੂਰ ਦੂਰ ਕਰ ਲੈਣ ਦੋਨੇ ਤਰ੍ਹਾਂ ਮਿਲ ਕੇ। ਅੱਛਾ ਢਿੱਲੋਂ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਹੁਣ ਦੇਖੋ ਇਹ ਰਲ ਤਾਂ ਗਏ ਵੀ ਅਸੀਂ ਦੁੱਖ ਦਰਦ ਦੂਰ ਕਰ ਦਾਂਗੇ, ਪਰ ਸਭ ਤੋਂ ਵੱਡਾ ਦੁੱਖ ਦਰਦ ਤਾਂ ਅੱਜ ਦੀ ਘੜੀ ਕਿਸਾਨ ਸਾਡੇ ਜਿਹੜੇ ਬੈਠੇ ਨੇ ਉਹਨਾਂ ਦਾ। ਪਰ ਇਹਨਾਂ ਦੋਹਾਂ ਬੰਦਿਆਂ ਨੇ ਕਿਤੇ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਨਹੀਂ ਕਹੀ। ਨਹੀਂ ਜੀ, ਅੱਜ ਵਾਲੀ ਬਿਆਨ 'ਚ ਹੈਗੀ। ਅੱਜ ਕਰਤੀ ਉਹਨਾਂ ਨੇ ਵੀ ਬਿਆਨਾਂ ਦੀ ਅਸੀਂ ਗੱਲ ਕਰੀ। ਵੈਸੇ ਢੀਂਡਸਾ ਸਾਹਿਬ ਨੇ ਇੱਕ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨੂੰ। ਉਸ ਚਿੱਠੀ ਦੇ ਰਾਹੀਂ ਉਦੋਂ ਉਹਨਾਂ ਨੇ ਕਹੀ ਸੀਗੀ ਜੀ ਵੀ ਤੁਸੀਂ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੀ ਗੱਲ ਸੁਣੋ। ਇੱਥੇ ਇਹ ਜ਼ਿਕਰਯੋਗ ਵੀ ਇਹ ਗੱਲ ਕਿ ਸ਼ੁਰੂ ਦੇ ਵਿੱਚ ਇਹ ਗੱਲਾਂ ਆ ਰਹੀਆਂ ਸੀ ਕਿ ਢੀਂਡਸਾ ਸਾਹਿਬ ਜਿਹੜੇ ਅਕਾਲੀ ਦਲ ਤੋਂ ਬਾਹਰ ਆਏ ਹੈ, ਸ਼ਾਇਦ ਬੀਜੇਪੀ ਨਾਲ ਅੰਡਰਸਟੈਂਡਿੰਗ ਬਣ ਰਹੀ ਹੈ, ਔਰ ਉਸ ਅੰਡਰਸਟੈਂਡਿੰਗ ਦੇ ਚੱਲਦੇ ਇਹ ਮਿਲ ਕੇ ਇਲੈਕਸ਼ਨ ਲੜਨਗੇ ਤੇ ਇੱਕ ਨਵਾਂ ਬਦਲ ਮੁਹੱਈਆ ਕਰਾਉਣਗੇ। ਲੇਕਿਨ ਅੱਜ ਜਿਹੜੀ ਉਹਨਾਂ ਨੇ ਗੱਲ ਕਹੀ ਹੈ, ਜਦੋਂ ਬੀਜੇਪੀ ਦੀ ਜਿਹੜੀ ਹਾਲਤ ਮਾੜੀ ਹੈ ਪੰਜਾਬ ਦੇ ਵਿੱਚ, ਸਾਰੇ ਭਾਰਤ ਦੇ ਵਿੱਚ ਬੇਸ਼ੱਕ ਬੀਜੇਪੀ ਦੁਬਾਰਾ ਆ ਜੇ, ਲੇਕਿਨ ਪੰਜਾਬ ਦੀ ਹਾਲਤ ਹੈ ਕਿ ਮਿਊਨਿਸਪਲ ਕਮੇਟੀ ਦੇ ਵਿੱਚ ਵੀ ਉਹਨਾਂ ਨੂੰ ਕੈਂਡੀਡੇਟ ਨਹੀਂ ਥੇ ਆਏ ਸੀ। ਤੇ ਹੁਣ ਮੈਨੂੰ ਤਾਂ ਇਹ ਲੱਗਦਾ ਦਾਨਿਆਲੀ ਸਾਹਿਬ ਕਿ 117 ਉਮੀਦਵਾਰ ਨਹੀਂ ਹੋਣੇ ਉਹਨਾਂ ਦੇ ਕੋਲ, ਉਹ ਨਹੀਂ ਹੋ ਸਕਦੇ। ਸੋ ਐਤਕੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਚੌਥਾ ਫਰੰਟ ਦੇਵਾਂਗੇ, ਉਹਦੇ ਵਿੱਚ ਉਹਨਾਂ ਨੇ ਤਿੰਨ ਪਾਰਟੀਆਂ ਨੂੰ ਟਾਰਗੇਟ ਕੀਤਾ ਕਿ ਨਾ ਤਾਂ ਅਕਾਲੀ ਦਲ ਨਾਲ ਸਾਡਾ ਕੋਈ ਤਾਲੁਕ ਹੋਊਗਾ, ਨਾ ਸਾਡਾ ਕੋਈ ਕਾਂਗਰਸ ਪਾਰਟੀ ਨਾਲ ਹੈ, ਤੇ ਨਾ ਹੀ ਚਿਮਟੇ ਨਾਲ ਅਸੀਂ ਬੀਜੇਪੀ ਨੂੰ ਛੂਈਏ। ਅਸੀਂ ਇਹਨਾਂ ਸਾਰੀਆਂ ਪਾਰਟੀਆਂ ਦੇ ਅਲੱਗ ਇੱਕ ਚੌਥਾ ਫਰੰਟ ਦੇਵਾਂਗੇ ਤੇ ਇਹ ਫਰੰਟ ਹੀ ਲੋਕਾਂ ਦੇ ਦੁੱਖ ਦਰਦ ਜਿਹੜੇ ਉਹਨਾਂ ਨੂੰ ਹਰਨ ਕਰੂਗਾ। ਤੇ ਢਿੱਲੋਂ ਸਾਹਿਬ, ਚਰਚਾਵਾਂ ਆ ਰਹੀਆਂ ਆਪਰੇਸ਼ਨ ਕਲੀਨ। ਇਹ ਆਪਰੇਸ਼ਨ ਕਲੀਨ ਕੀ ਚੀਜ਼ ਹੈ? ਆਪਰੇਸ਼ਨ ਕਲੀਨ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਹੈ ਹਰਿਆਣੇ ਦੇ ਮਨੋਹਰ ਲਾਲ ਖੱਟਰ, ਉਹਨਾਂ ਨੇ ਇੱਕ ਬੇਨਤੀ ਕੀਤੀ ਸੀ ਕਿਸਾਨਾਂ ਨੂੰ। ਬੇਨਤੀ ਦੇ ਰੂਪ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਭਰਾਵੋ, ਤੁਸੀਂ ਕਰੋਨਾ ਦੀ ਵਜ੍ਹਾ ਕਾਰਨ ਜਿਹੜਾ ਹੈਗਾ ਆਪੋ ਆਪਣੇ ਘਰਾਂ ਨੂੰ ਜਾਓ, ਅੰਦੋਲਨ ਕਰ ਦਿਓ ਮੁਲਤਵੀ। ਰੱਦ ਨਹੀਂ ਕਿਹਾ ਸੀ, ਅੰਦੋਲਨ ਮੁਲਤਵੀ ਕਰ ਦਿਓ। ਜਿੱਦੇ ਮਾਹੌਲ ਠੀਕ ਹੋ ਗਿਆ ਉਦੋਂ ਤੁਸੀਂ ਚੁੱਪ ਕਰਕੇ ਇਹਨਾਂ ਥਾਵਾਂ ਤੇ ਆ ਜਾਓ ਤੇ ਅਸੀਂ ਤੁਹਾਨੂੰ ਰੋਕਦੇ ਨਹੀਂ। ਔਰ ਇਹ ਜਿਹੜਾ ਉਹਨਾਂ ਨੇ ਗੱਲ ਕਹੀ ਸੀ ਕਿ ਜੀ ਆਪਾਂ ਸੜਕਾਂ ਵਗੈਰਾ ਜਿਹੜੀਆਂ ਹੈਗੀਆਂ ਲੋਕਾਂ ਨੂੰ ਦੁੱਖਾਂ ਤਕਲੀਫਾਂ ਹੁੰਦੀਆਂ, ਇਹ ਸਾਰੀਆਂ ਤੁਸੀਂ ਖਾਲੀ ਕਰ ਦਿਓ। ਕਿਸਾਨਾਂ ਨੇ ਇਹ ਕਹਿ ਦਿੱਤਾ ਕਿ ਕਰੋਨਾ ਸਾਨੂੰ ਕੁਛ ਨਹੀਂ ਕਹਿੰਦਾ ਜੀ, ਕਰੋਨਾ ਨਾਲੋਂ ਸਾਡੇ ਲਈ ਵੱਧ ਖਤਰਨਾਕ ਕਾਲੇ ਕਾਨੂੰਨ ਹੈ ਜਿਹੜੇ 3 ਤੁਸੀਂ ਬਣਾਏ ਹੋਏ। ਔਰ ਉਹਨਾਂ ਦਾ ਕਿਸਾਨਾਂ ਦਾ ਇਹ ਮੰਨਣਾ ਕਿ ਇਹ ਕਾਲੇ ਕਾਨੂੰਨ ਸਾਡੀ ਹੋਂਦ ਲਈ, ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਲਈ ਤੇ ਸਾਡੀਆਂ ਫਸਲਾਂ ਦੇ ਲਈ ਇੱਕ ਬਹੁਤ ਵੱਡਾ ਜਿਹੜਾ ਹੈਗਾ ਚੁਣੌਤੀ ਹੈ।
ਸਾਡੀਆਂ ਨਸਲਾਂ ਫਸਲਾਂ ਸਭ ਕੁਝ ਬਰਬਾਦ ਹੋ ਜੂ। ਸਾਥੋਂ ਖੋ ਕੇ ਸਾਡੀਆਂ ਜ਼ਮੀਨਾਂ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਦੇ ਦਿਓਗੇ। ਇਸ ਕਰਕੇ ਇਹ ਹੈ ਕਿ ਕਰੋਨਾ ਨਾਲ ਮਰੇ ਅਸੀਂ ਚੰਗੇ ਆ, ਉਹ ਅਸੀਂ ਕੋ ਕੇ ਨਹੀਂ ਮਰਨਾ, ਅਸੀਂ ਇੱਥੇ ਬੈਠੇ ਤੇ ਬੈਠੇ ਰਹਾਂਗੇ ਜੀ। ਫਿਰ ਤੁਸੀਂ ਦੇਖਿਆ ਹੋਣਾ ਕਿ ਇਹ ਖਬਰਾਂ ਆਉਣ ਲੱਗ ਗਈਆਂ ਸੀ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨਾਂ 'ਚ, ਗੋਦੀ ਮੀਡੀਆ ਦੇ ਵਿੱਚ ਖਾਸ ਕਰਕੇ ਕਿ ਹਫ਼ਤੇ 10 ਦਿਨਾਂ ਦੇ ਵਿੱਚ ਇੱਕ ਆਪਰੇਸ਼ਨ ਕਲੀਨ ਹੋਊਗਾ ਜੀ। ਇਹ ਵੀ ਕਿਹਾ ਗਿਆ ਸੀ ਕਿ ਸਾਰਾ ਜਾਇਜ਼ਾ ਲੈਣ ਵਾਸਤੇ ਇੱਕ ਹਵਾਈ ਸਰਵੇ ਕੀਤਾ ਗਿਆ, ਡਰੋਨ ਦੇ ਰਾਹੀਂ ਵੀ ਦੇਖਿਆ ਗਿਆ, ਹਵਾਈ ਸਰਵੇ ਦੇ ਰਾਹੀਂ ਸਟਰੈਂਥ ਦੇਖੀ ਗਈ ਹੈ ਕਿ ਸਟਰੈਂਥ ਕਿਸਾਨਾਂ ਦੀ ਕਿੰਨੀ ਕੁ ਹੈ, ਉਹ ਕਿੰਨੇ ਕੁ ਲੋਕ ਬੈਠੇ ਹੈ। ਇਹਦੇ 'ਚ ਕਹਿੰਦੇ ਵੀ ਹਰਿਆਣਾ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕੇਂਦਰ ਸਰਕਾਰ ਨੇ ਕਿ ਪਾਰਾਮਿਲਟਰੀ ਫੋਰਸਿਸ ਜਿੰਨੀਆਂ ਚਾਹੀਦੀਆਂ ਤੁਹਾਨੂੰ ਅਸੀਂ ਮੁਹੱਈਆ ਕਰਵਾ ਦਿਆਂਗੇ ਤੇ ਇਹਨਾਂ ਨੇ ਇਹਦੇ ਮਾਰੋ 4-4 ਡੰਡੇ ਤੇ ਇਹਨਾਂ ਨੂੰ ਉਠਾਓ ਜੀ। ਇਹ ਜਦੋਂ ਇਹ ਕੁਛ ਚੱਲਦਾ ਸੀ ਤੇ ਇਹਦੇ ਨਾਲ ਹੀ ਮੇਰਾ ਖਿਆਲ ਹੈ ਜਿਹੜੀ ਹਰਿਆਣੇ ਦੀ ਬੀਜੇਪੀ ਦੇ ਵਿੱਚ ਮਤਭੇਦ ਹੈ ਉਹ ਆਪਣੇ ਥਾਂ ਦੇ ਉੱਤੇ ਆ ਗਈ। ਜਦੋਂ ਇਹ ਬਿਆਨ ਆ ਗਿਆ ਤਾਂ ਫਿਰ ਜਿਹੜੇ ਹੈਗੇ ਉਹਨਾਂ ਦੇ ਅਨਿਲ ਵਿਜ ਸਾਹਿਬ ਜੀ ਗ੍ਰਹਿ ਮੰਤਰੀ ਵੀ ਹੈ, ਉਹਨਾਂ ਨੇ ਇੱਕ ਚਿੱਠੀ ਲਿਖਤੀ ਤੋਮਰ ਸਾਹਿਬ ਨੂੰ, ਕੇਂਦਰ ਦੇ ਖੇਤੀਬਾੜੀ ਮੰਤਰੀ ਨੂੰ, ਕਿ ਸ਼੍ਰੀਮਾਨ ਜੀ ਇਹਨਾਂ ਕਿਸਾਨਾਂ ਨਾਲ ਗੱਲਬਾਤ ਕਰੋ, ਗੱਲਬਾਤ ਮੁੜ ਸ਼ੁਰੂ ਕਰੋ ਔਰ ਇਸ ਮਾਮਲੇ ਨੂੰ ਨਿਪਟਾਓ। ਕੱਲ ਇੱਕ ਹੋਰ ਚਿੱਠੀ ਵੀ ਆ ਗਈ, ਉਹ ਚਿੱਠੀ ਪਾਈ ਹੈ ਜੀ ਪ੍ਰਧਾਨ ਮੰਤਰੀ ਨੂੰ, ਪਾਈ ਹੈ ਉਹ ਦੁਸ਼ਯੰਤ ਸਿੰਘ ਚੌਟਾਲਾ ਨੇ। ਦੁਸ਼ਯੰਤ ਸਿੰਘ ਚੌਟਾਲਾ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਜੀ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹੈ, ਕਿਰਪਾ ਕਰਕੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਪ੍ਰਵਾਨ ਕਰਨ ਵਾਸਤੇ, ਇਸ ਮਸਲੇ ਦਾ ਹੱਲ ਕਰਨ ਵਾਸਤੇ ਸੀਨੀਅਰ ਮੰਤਰੀਆਂ ਦੀ ਇੱਕ ਟੀਮ ਬਣਾ ਦਿਓ ਤੇ ਤੁਸੀਂ ਇਹ ਗੱਲ ਕਰ ਲਓ। ਇਹ ਨਾਲ ਇਹ ਗੱਲਾਂ ਚੱਲੀ ਜਾਂਦੀਆਂ, ਨਾਲ ਇੱਕ ਮੋਨਕਾ ਅਗਰਵਾਲ ਨਾਂ ਦੀ ਬੀਵੀ ਹੈ, ਉਹਦੀ ਪਟੀਸ਼ਨ ਵੀ ਸੁਪਰੀਮ ਕੋਰਟ ਚਲੀ ਗਈ। ਅੱਛਾ ਜੀ। ਔਰ ਸੁਪਰੀਮ ਕੋਰਟ ਦੇ ਵਿੱਚ ਕੱਲ੍ਹ ਜਿਹੜੀਆਂ ਸੁਪਰੀਮ ਕੋਰਟ ਨੇ ਤਲਕ ਟਿੱਪਣੀਆਂ ਕੀਤੀਆਂ, ਉਹਨਾਂ ਟਿੱਪਣੀਆਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਕਿਸਾਨ ਜੇ ਚਾਹੁੰਦੇ ਆ ਤੇ ਉਹ ਭਾਵੇਂ ਕੋਠੇ ਪਾ ਲੈਣ, ਪਿੰਡ ਵਸਾ ਲੈਣ ਸਰਹੱਦਾਂ ਤੇ, ਪਰ ਲੋਕਾਂ ਦੇ ਆਉਣ ਜਾਣ ਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਪਾਉਣ। ਉਹਨਾਂ ਨੇ ਹਵਾਲਾ ਦਿੱਤਾ ਕਿ ਇਹ ਲੜਕੀ ਜਿਹੜੀ ਹੈਗੀ ਮੋਨਕਾ ਅਗਰਵਾਲ ਸਿੰਗਲ ਮਦਰ ਹੈ। ਇਹ ਜਦੋਂ ਨੋਇਡਾ ਤੋਂ ਦਿੱਲੀ ਆਉਂਦੀ ਸੀ ਪਹਿਲਾਂ 20 ਮਿੰਟਾਂ 'ਚ ਆਉਂਦੀ ਸੀ ਤੇ ਹੁਣ ਉਹ ਕਹਿੰਦੀ ਮੈਨੂੰ 2 ਘੰਟੇ ਲੱਗਦੇ। ਉਹਦਾ ਬੱਚਾ ਵੀ ਘਰ ਦੇ ਵਿੱਚ ਹੁੰਦਾ ਤੇ ਇਹਦੇ ਬਾਰੇ ਜਿਹੜੀ ਹੈਗੀ ਸਰਕਾਰ ਵੀ ਸੋਚੇ ਕੁਛ ਤੇ ਕਿਸਾਨ ਵੀ ਸੋਚਣ ਕਿ ਰਸਤੇ ਨਾ ਰੋਕੇ ਜਾਣ। ਸਵਾਲ ਇਹ ਪੈਦਾ ਹੁੰਦਾ ਕਿ ਕਿਸਾਨ ਤਾਂ ਰਸਤੇ ਰੁਕਣ ਵਾਸਤੇ ਤਿਆਰ ਹੀ ਨਹੀਂ ਸੀ, ਉਹ ਤਾਂ ਕਹਿੰਦੇ ਜੀ ਅਸੀਂ ਤਾਂ ਜਾ ਰਹੇ ਹਾਂ ਦਿੱਲੀ ਨੂੰ, ਸਾਨੂੰ ਜਾਂ ਤਾਂ ਜੰਤਰ ਮੰਤਰ ਦੇ ਵਿੱਚ ਜਗ੍ਹਾ ਦੇ ਦਿਓ ਤੇ ਜਾਂ ਦੇ ਦਿਓ ਸਾਨੂੰ ਰਾਮਲੀਲਾ ਮੈਦਾਨ 'ਚ, ਅਸੀਂ ਤਾਂ ਉੱਥੇ ਬੈਠ ਕੇ ਆਪਣਾ ਪ੍ਰੋਟੈਸਟ ਕਰ ਰਹੇ, ਅਸੀਂ ਤਾਂ ਆਪਣੀ ਜਿਹੜੀ ਹੈਗੀ ਹੈ ਸਾਡੀ ਨਾਰਾਜ਼ਗੀ ਉਹ ਜ਼ਾਹਰ ਕਰਨੀ ਹੈ। ਤੁਸੀਂ ਆਪ ਹੀ ਸੜਕਾਂ ਪੱਟੀਆਂ, ਤੁਸੀਂ ਆਪ ਹੀ ਉੱਥੇ ਜਿਹੜੇ ਹੈਗੇ ਬੈਰੀਕੇਡ ਲਾਏ, ਤੁਸੀਂ ਆਪ ਹੀ ਕਿੱਲਾਂ ਗੱਡੀਆਂ ਧਰਤੀ ਦੇ ਵਿੱਚ, ਉਹ ਤਾਂ ਵਿਚਾਰੇ ਉੱਥੇ ਬੈਠ ਕੇ ਉੱਥੇ ਰਾਮ ਕਰ ਲਾ ਉਹਦਾ ਆਪਦਾ ਭਜਨ ਪਾਠ ਕਰਦੇ ਆ, ਬੈਠੇ ਆ, ਕੋਈ ਲਾਅ ਐਂਡ ਆਰਡਰ ਨੂੰ ਕਰ ਜਿਹੜਾ ਚੱਲੇ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹ ਚੱਲਦਾ ਕਿ ਜੀ ਇਹ ਆਪਰੇਸ਼ਨ ਜਿਹੜਾ ਹੈਗਾ ਕਲੀਨ ਕਰ ਰਹੇ ਹੈ, ਪਰ ਕਿਸਾਨਾਂ ਨੇ ਵੀ ਕੱਲ੍ਹ ਐਲਾਨ ਕਰਤਾ ਜੀ ਸਿੰਘੂ ਬਾਰਡਰ ਦੇ ਉੱਤੇ, ਉਹ ਕਹਿੰਦੇ ਜੀ ਤੁਸੀਂ ਕਲੀਨ ਕਰ ਦਿਓ ਤੇ ਆਪਰੇਸ਼ਨ ਕਲੀਨ ਦਾ ਮੁਕਾਬਲਾ ਕਰੂਗੀ ਆਪਰੇਸ਼ਨ ਸ਼ਕਤੀ। ਆਪਰੇਸ਼ਨ ਸ਼ਕਤੀ ਦੇ ਤਹਿਤ ਉਹਨਾਂ ਨੇ ਕਿਹਾ ਦਿੱਲੀ ਚਲੋ ਰੇ, ਦੁਬਾਰਾ ਫੇਰ ਆ ਗਿਆ, ਚੱਲ ਪਏ ਟਰੈਕਟਰ ਪਾਉਣ ਲੱਗ ਪਈਆਂ, ਵੀਡੀਓ ਪਾਉਣ ਲੱਗ ਪਈਆਂ। ਉਗਰਾਹਾਂ ਵਾਲਿਆਂ ਨੇ ਪਹਿਲਾਂ ਹੀ ਆਪਣੇ ਕਾਡਰ ਨੂੰ ਕਿਹਾ ਹੋਇਆ ਸੀ ਕਿ 21 ਅਪ੍ਰੈਲ ਤੱਕ ਤੁਸੀਂ ਪਹੁੰਚ ਜਾਓ। ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਵਾਢੀ ਵਾਸਤੇ ਕਿਸਾਨ ਆ ਗਏ ਸੀ ਜੀ ਉਦੋਂ ਜਿਹੜੀਆਂ ਹੈਗੀਆਂ ਕਿਸਾਨ ਬੀਬੀਆਂ ਨੇ ਜਾ ਕੇ ਫਰੰਟ ਸੰਭਾਲ ਲਿਆ ਸੀ। ਹੁਣ ਉਹਨਾਂ ਨੇ ਕਿਹਾ ਕਿ ਵਾਢੀ ਭਾਈ ਤੁਸੀਂ ਸੰਭੂਲ ਲਈ, ਕਣਕ ਥੋੜੀ ਵੇਚ ਦੇਣਗੇ, ਬਾਕੀ ਜਿਹੜੀ ਥੋੜੀ ਬਹੁਤੀ ਰਹਿ ਗਈ ਹੈ ਤੇ ਤੁਸੀਂ ਆ ਜਾਓ। 21 ਨੂੰ ਉਗਰਾਹਾਂ ਵਾਲੇ ਚੱਲ ਰਹੇ ਤੇ ਜਿਹੜੀ ਹੈਗੀ 24 ਅਪ੍ਰੈਲ ਨੂੰ ਦਿਨ ਹੋ ਜਾਣਾ 150, 5 ਮਹੀਨੇ ਕਿਸਾਨਾਂ ਨੂੰ ਬੈਠਿਆਂ ਨੂੰ। ਔਰ ਉਹਦੇ ਵਾਸਤੇ ਉਹਨਾਂ ਨੇ ਕਹਿਤਾ ਵੀ ਬੜੇ ਹੁਮ ਹਮਾ ਕੇ ਭਾਈ ਤੁਸੀਂ ਇੱਥੇ ਪਹੁੰਚੋ। ਉਹ ਹੁਮ ਹਮਾ ਕੇ ਪਹੁੰਚ ਰਹੇ ਹੈ ਜੀ। ਉਹ ਤੋਂ ਬਾਅਦ ਫਿਰ ਇੱਕ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਕਨਵੈਨਸ਼ਨ ਦੇ ਵਿੱਚ ਫਿਰ ਅਗਲਾ ਪ੍ਰੋਗਰਾਮ ਲਿਖਿਆ ਜਾਣਾ। ਔਰ ਉਹ ਕਨਵੈਨਸ਼ਨ ਜਿਹੜੀ ਹੈਗੀ ਉਸ ਕਨਵੈਨਸ਼ਨ ਦੇ ਵਿੱਚ ਭਾਰਤ ਭਰ ਦੇ ਵੱਖ-ਵੱਖ ਹਿੱਸਿਆਂ 'ਚੋਂ ਜਿੰਨੇ ਕਿਸਾਨ ਆਗੂ ਹੈ, ਜਿੰਨੇ ਕਿਸਾਨ ਕਾਡਰ ਹੈ, ਉਹਨਾਂ ਨੂੰ ਬੁਲਾਇਆ ਜਾਊਗਾ। ਉਹ ਸਿੰਘੂ ਹੁੰਦੀ ਹੈ, ਗਾਜ਼ੀਪੁਰ ਹੁੰਦੀ ਹੈ, ਟਿਕਰੀ ਹੁੰਦੀ ਹੈ, ਕਿੱਥੇ ਵੀ ਹੁੰਦੀ ਹੈ। ਉਹ ਕਨਵੈਨਸ਼ਨ ਹੁੰਦੀ, ਉਹ ਕਨਵੈਨਸ਼ਨ ਫਿਰ ਫਾਈਨਲ ਜਿਹੜਾ ਫੈਸਲਾ ਕਰੂਗਾ ਕਿ ਕਰਨਾ ਕੀ ਹੈ। ਪਰ ਜਿਹੜਾ ਆਪਰੇਸ਼ਨ ਸ਼ਕਤੀ ਕੀ ਹੈ ਜੀ, ਇਹਦਾ ਮਤਲਬ ਹੈ ਕਿ ਕਿਸਾਨਾਂ ਨੇ ਬੇਫਰੋਨ ਸ਼ਕਤੀ ਦਿਖਾਉਣ ਦਾ ਮਨ ਬਣਾ ਲਿਆ। ਹਾਂ ਬਿਲਕੁਲ ਢਿੱਲੋਂ ਸਾਹਿਬ, ਮੈਂ ਜਾ ਕੇ ਵੀ ਆਇਆ ਉੱਥੇ, ਬੜੇ ਲੋਕ ਆ ਕੁਛ ਤੁਹਾਨੂੰ ਪਤਾ ਵੀ ਆਪਣਾ ਵੀ ਗੋਦੀ ਮੀਡੀਆ ਹੈਗਾ ਨਾ, ਵਾਧੂ ਇਹ ਬੜਾ ਜੀ ਉੱਥੇ ਤਾਂ ਜੀ ਫਲਾਨਾ ਸਿੰਘ ਹੈ ਨਹੀਂ ਤੇ ਉਹ ਉੱਜੜ ਗਿਆ ਜੀ, ਉੱਥੇ ਫਲਾਨਾ ਹੋ ਗਿਆ। ਦੇਖਣ ਵਾਲਾ ਤਾਂ ਅਸਲ ਹੋਣਾ ਉੱਥੇ ਜਾ ਕੇ ਵੇਖ ਕੇ। ਕੱਲ ਤੁਸੀਂ ਦੇਖੋ ਕੁੱਕੜ ਵਾਲਾ ਪਿੰਡ ਮਾਝੇ ਦੇ ਵਿੱਚ ਇੱਕ ਰੈਲੀ ਹੋਈ ਹੈ ਜੀ, ਔਰ ਇਹ ਰੈਲੀ ਜਿਹੜੀ ਹੈਗੀ ਹੈ ਉਹ ਲੜਕੀ ਹੈ ਸੋਨੀਆ ਮਾਨ ਜਿਹੜੀ ਫਿਲਮੀ ਅਦਾਕਾਰ ਹੈ, ਹਾਂਜੀ ਉਹਨੇ ਰੈਲੀ ਉਹ ਆਯੋਜਿਤ ਕਰਵਾਈ ਹੈ। ਉਹਦੇ ਵਿੱਚ ਕਾਫੀ ਸਾਰੇ ਲੋਕ ਗਏ ਵੇ। ਜੇ ਆਪਾਂ ਦੇਖੀਏ ਟਕਸਾਲੀ ਲੀਡਰਸ਼ਿਪ ਲਗਭਗ ਸਾਰੀ ਉਹਦੇ ਵਿੱਚ ਗਈ ਹੋਈ ਸੀ ਕਿਸਾਨਾਂ ਦੀ। ਜੋਗਿੰਦਰ ਸਿੰਘ ਉਗਰਾਹਾਂ ਨੇ ਉੱਥੇ ਗੱਲ ਕਹੀ ਹੈ ਕਿ ਜੀ ਮੇਰਾ ਮਨ ਖੁਸ਼ ਹੋ ਗਿਆ, ਮੈਂ ਮਾਝੇ ਦੇ ਵਿੱਚ ਪਹਿਲਾਂ ਇਦੋਂ ਵੱਡੀ ਰੈਲੀ ਨਹੀਂ ਦੇਖੀ ਜਿਹੜੀ ਰੈਲੀ ਇਸ ਕੁੜੀ ਨੇ ਇੱਥੇ ਆਯੋਜਿਤ ਕਰਵਾਈ ਹੈ। ਇਹਦੇ ਨਾਲ ਹੀ ਆਪਾਂ ਦੇਖੀਏ ਤਾਂ ਕਿਉਂਕਿ ਉਹ ਲੜਕੀ ਦਾ ਬਾਪ ਹੈ ਜਿਹੜਾ ਬਲਦੇਵ ਸਿੰਘ ਮਾਨ, ਉਹ ਖੱਬੇ ਪੱਖੀ ਸੀ, ਉਹਦਾ ਕਤਲ ਹੋ ਗਿਆ ਸੀ। ਔਰ ਜਦੋਂ ਇਹ ਲੜਕੀ ਪੈਦਾ ਹੋਈ ਹੈ ਉਸ ਵੇਲੇ ਉਹ ਬੰਦਾ ਆਪਣੇ ਇਸ ਹੈੱਡਕੁਆਟਰ ਤੋਂ ਕਿਤੇ ਬਾਹਰ ਸੀ,
ਲੜਕੀ ਪੈਦਾ ਹੋ ਗਈ। ਇਸ ਲੜਕੀ ਦੀ ਦਾਦੀ ਨੇ ਆਪਣੇ ਪੁੱਤ ਨੂੰ ਦੱਸਿਆ, ਪੁੱਤ ਤੇਰੇ ਘਰੇ ਤਾਂ ਕੁੜੀ ਪੈਦਾ ਹੋ ਗਈ। ਦਾਦੀ ਵੀ ਖੁਸ਼ ਨਹੀਂ ਸੀ ਕਿ ਮੇਰੇ ਘਰੇ, ਮੇਰੇ ਪੁੱਤ ਦੇ ਘਰੇ ਕੁੜੀ ਪੈਦਾ ਹੋ ਗਈ। ਕੁੜੀ ਦੀਆਂ ਤਾਂਗਾਂ ਚ ਜਿਹੜੀਆਂ ਸੀ ਉਹ ਵੀ ਇਸ ਗੱਲ ਤੇ ਕਿ ਕੋਈ ਪੱਥਰ ਬਚ ਗਏ ਮੱਥੇ ਤੇ ਬਲਦੇਵ ਮਾਨ ਉਦੋਂ ਕਿਸੇ ਪਾਸੇ ਕੰਮ ਕਰਦਾ ਫਿਰਦਾ ਸੀ ਆਪਣੀ ਆਰਗੇਨਾਈਜੇਸ਼ਨ ਦਾ। ਮੇਰੇ ਕੋਲੇ ਉਹਦੀ ਚਿੱਠੀ ਮੈਂ ਹੁਣ ਦੇਖੀ ਹੈ, ਮੇਰੇ ਕੋਲੇ ਸੋਸ਼ਲ ਮੀਡੀਆ ਦੇ ਉੱਤੇ ਆਈ ਹੈ, ਤੇ ਉਹਨੇ ਇੱਕ ਚਿੱਠੀ ਲਿਖੀ ਸੀ ਆਪਦੀ ਧੀ ਨੂੰ। ਉਸ ਵੇਲੇ ਜਦੋਂ ਹਜੇ ਤੱਕ ਉਹਨੇ ਅੱਖਾਂ ਵੀ ਨਹੀਂ ਗੇੜੀਆਂ ਸੀ ਕਿ ਮਤਲਬ ਧੀ ਸਮਾਜ ਦੇ ਵਿੱਚ, ਸਾਡੇ ਦੇ ਵਿੱਚ ਪੁੱਤ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, ਧੀ ਨੂੰ ਨੰਬਰ 2 ਦੇ ਉੱਤੇ ਰੱਖਿਆ ਜਾਂਦਾ ਹੈ। ਲੇਕਿਨ ਇਹ ਭੋਲੇ ਲੋਕ ਇਹਨਾਂ ਨੂੰ ਇਹ ਨਹੀਂ ਪਤਾ ਕਿ ਧੀਆਂ ਵੀ ਕੁਛ ਬਣਦੀਆਂ। ਤੇ ਹੁਣ ਜਿਸ ਢੰਗ ਦੇ ਨਾਲ ਦਾਨੇਵਾਲੀਆ ਸਾਹਿਬ ਕੁੜੀ ਸੋਨੀਆ ਮਾਨ ਤੁਰੀ ਹੋਈ ਹੈ, ਉਹ ਅਦਾਕਾਰੀ ਵੀ ਕਰਦੀ ਹੈ, ਔਰ ਜਿਸ ਢੰਗ ਦੇ ਨਾਲ ਉਹਨੇ ਕੱਲ੍ਹ ਐਡੀ ਵੱਡੀ ਰੈਲੀ ਕੀਤੀ, ਉਸ ਰੈਲੀ ਦੇ ਵਿੱਚ ਸਾਰੀ ਲੀਡਰਸ਼ਿਪ ਆਈ ਹੈ। ਉਸ ਰੈਲੀ ਨੇ ਵੀ ਇਹੀ ਗੱਲ ਕਹੀ ਹੈ। ਸਾਧੂ ਆਪਣੇ ਰੁਲਦੂ ਸਿੰਘ ਮਾਨਸਾ ਵਾਲੇ ਨੇ ਖੁੰਡਾ ਖੜਕਾਇਆ ਫਿਰ ਉੱਥੇ। ਉਹ ਕਹਿੰਦਾ ਵੀ ਭੁਲੇਖੇ 'ਚ ਨਾ ਰਹਿ ਜੇ ਨਰਿੰਦਰ ਮੋਦੀ, ਪੰਗਾ ਨਾ ਲੈ ਕਿਤੇ ਕਿਸਾਨਾਂ ਦੇ ਨਾਲ, ਮੁਕਾਬਲਾ ਫਿਰ ਜਿਹੜਾ ਸੀ ਨਾ ਖੁੰਡਿਆਂ ਨਾਲ ਹੀ ਦੇਣਾ, ਖੁੰਡਿਆਂ ਨਾਲ ਹੀ ਕਰਾਂਗੇ। ਹੁਣ ਉਹ ਐਡੀ ਵੱਡੀ ਰੈਲੀ ਕੀਤੀ ਹੈ, ਪਰ ਮੈਨੂੰ ਬੜਾ ਇੱਕ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਚੰਗਾ ਪ੍ਰੋਗਰੈਸ ਅਖਬਾਰ ਜਿਹਨੂੰ ਕਿਹਾ ਜਾਂਦਾ ਹੈ, ਜਿਹੜੇ ਅਖਬਾਰ ਨੂੰ ਦਾ ਕਿਸਾਨ ਧੰਨਵਾਦ ਵੀ ਕਰਦੇ ਕਿ ਉਹ ਸਾਡੀ ਕਵਰੇਜ ਬਹੁਤ ਵਧੀਆ ਕਰਦਾ ਹੈ। ਪੱਤਰਕਾਰ ਸਾਹਿਬ ਨੇ ਉੱਥੋਂ ਖਬਰ ਲਿਖਤੀ ਸਾਰੀ, ਠੀਕ ਹੈ ਜੀ 3 ਲੀਡਰ ਨਹੀਂ ਆਏ। ਇਹ ਚਰਚਾ ਦਾ ਵਿਸ਼ਾ ਸੀ ਵੀ 3 ਕਿਉਂ ਨਹੀਂ ਆਏ, ਉਹਨਾਂ ਦੀ ਕੀ ਪਤਾ ਕਿੱਥੇ ਡਿਊਟੀ ਲਾਈ ਹੋਵੇ। ਮਤਲਬ ਤੁਸੀਂ ਉਸਾਰੂ ਰੋਲ ਅਦਾ ਕਰਨ ਦੀ ਬਜਾਏ ਜਿਹੜੀ ਚੁੰਡੀ ਵੱਢਣ ਵਾਲੀ ਸਾਡੀ ਆਦਤ ਆ, ਅਸੀਂ ਉਹ ਚੁੰਡੀ ਵੱਢਣ ਤੋਂ ਆਵਾਜ਼ ਨਹੀਂ। ਤੇ ਕਰੋਨਾ ਦੀ ਕੀ ਸਥਿਤੀ ਹੈ ਜੀ? ਕਰੋਨਾ ਦੀ ਸਥਿਤੀ ਭਿਆਨਕ ਹੈ ਜੀ। ਇੱਕ ਦਿਨ ਦੇ ਵਿੱਚ 3.25 ਲੱਖ ਤੋਂ ਵੱਧ ਕੇਸ ਆ ਗਏ ਜੀ। ਇਹ ਬਹੁਤ ਭਿਆਨਕ ਗੱਲ ਹੈ। ਔਰ ਸਭ ਤੋਂ ਜਿਹੜੀ ਹੈਗੀ ਸਾਡੇ ਲਈ ਚਿੰਤਾ ਦਾ ਵਿਸ਼ਾ ਡਾਕਟਰ ਮਨਮੋਹਨ ਸਿੰਘ ਹੋਰੀ, ਜਿਨ੍ਹਾਂ ਦੀ ਚਿੱਠੀ ਦਾ ਕੱਲ੍ਹ ਹੀ ਜ਼ਿਕਰ ਹੋਇਆ ਸੀ ਜੀ। ਉਹਨਾਂ ਨੇ ਇੱਕ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਪ੍ਰਧਾਨ ਮੰਤਰੀ ਜੀ ਹੁਣ ਏਜ ਗਰੁੱਪ ਨੂੰ ਛੱਡ ਦਿਓ ਕਿ 45 ਸਾਲਾਂ ਵਾਲਿਆਂ ਦੇ ਇੰਜੈਕਸ਼ਨ ਲੱਗਣਗੇ, ਧਮਕਾ ਲੱਗਣਗੇ। ਇਹ ਤੁਸੀਂ ਜਿਹੜੀ ਹੈਗੀ ਹੈ ਵੈਕਸੀਨੇਸ਼ਨ ਜਿਹੜੀ ਹੈ ਉਹਨੂੰ ਗ੍ਰਾਸ ਰੂਟ ਲੈਵਲ ਤੇ ਜਾ ਲੈ ਕੇ ਜਾਓ। ਘੱਟੋ ਘੱਟ ਜਿਹੜੇ ਬੱਚੇ 18 ਸਾਲ ਤੋਂ ਘੱਟ ਹੈ ਘਰਾਂ 'ਚ ਰਹਿਣ ਵਾਲੇ ਆ, ਉਹਨਾਂ ਨੂੰ ਬੇਸ਼ੱਕ ਨਾ ਲਾਓ। 18 ਸਾਲ ਦੀ ਉਮਰ ਤੋਂ ਲੈ ਕੇ ਜਿੰਨੇ ਵੀ ਹੈਗੇ ਸਭ ਦਾ ਟੀਕਾਕਰਨ ਕਰਨਾ ਬਹੁਤ ਜ਼ਰੂਰੀ ਹੈ, ਇਹ ਕਰੋ ਜੀ। ਡਾਕਟਰ ਮਨਮੋਹਨ ਸਿੰਘ ਦੀ ਇਸ ਅਪੀਲ ਦੇ ਉੱਤੇ ਸਾਡੇ ਹਰਸ਼ਵਰਧਨ ਸਾਹਿਬ ਜਿਹੜੇ ਹੈਲਥ ਮਿਨਿਸਟਰ ਹੈ, ਉਹ ਕਹਿੰਦੇ ਜੀ ਆਹ ਬੜਾ ਧੰਨਵਾਦ ਕਰਦੇ ਆ ਡਾਕਟਰ ਮਨਮੋਹਨ ਸਿੰਘ ਨੂੰ। ਚਲੋ ਕਹਿੰਦੇ ਇਹਨਾਂ ਨੇ ਤਾਰੀਫ ਤਾਂ ਕੀਤੀ ਨਾ ਸਾਡੀ ਵੈਕਸੀਨ ਦੀ। ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੋਕ ਕਹਿੰਦੇ ਵੈਕਸੀਨ ਨੂੰ ਮੰਨਦੇ ਹੀ ਨਹੀਂ ਸੀ। ਦੱਸੋ ਤੇ ਉਹ ਇਹਨਾਂ ਨੂੰ ਜੀ ਕਹਿੰਦੇ ਚਾਹੀਦਾ ਵੀ ਕਾਂਗਰਸੀ ਸਰਕਾਰਾਂ ਵਾਲੇ ਨੂੰ ਅਡਾਪਟ ਕਰ ਲੈਣ। ਸਾਰੀ ਦੁਨੀਆ ਜਾਣਦੀ ਹੈ ਕਿ ਕਾਂਗਰਸ ਪਾਰਟੀ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਕੋਵਿਡ-19 ਦੇ ਪ੍ਰਬੰਧ ਜਿਹੜੇ ਆ ਉਹਨਾਂ ਦੇ ਉਹ ਬੀਜੇਪੀ ਵਾਲੀਆਂ ਸਰਕਾਰਾਂ ਨਾਲੋਂ ਵਧੀਆ। ਪੰਜਾਬ ਦੀ ਸਰਕਾਰ ਦੀ ਤਾਰੀਫ ਖੁਦ ਪ੍ਰਧਾਨ ਮੰਤਰੀ ਕਰ ਚੁੱਕਾ ਸੀ ਪਹਿਲਾਂ ਲਾਕਡਾਊਨ ਵੇਲੇ। ਇਸ ਵੇਲੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਇਹਨੂੰ ਠੱਲ ਪਾਈਏ। 15 ਦਿਨਾਂ ਦਾ ਲਾਕਡਾਊਨ ਕਰਤਾ ਜੀ ਉਹਨਾਂ ਨੇ ਰਾਜਸਥਾਨ ਵਾਲਿਆਂ ਨੇ। ਹਾਂਜੀ। 1 ਹਫ਼ਤੇ ਦਾ ਲਾਕਡਾਊਨ ਕਰ ਦਿੱਤਾ ਦਿੱਲੀ ਵਾਲਿਆਂ ਨੇ। ਜਿਹੜੀ ਤੁਹਾਡੀ ਤਾਮਿਲਨਾਡੂ ਤੇ ਕੇਰਲਾ ਵਾਲੇ ਹੈ ਉਹਨਾਂ ਨੇ ਜਿਹੜਾ ਹੈਗਾ ਰਾਤ ਦਾ ਕਰਫਿਊ ਆਪਣੇ ਐਦ ਕਰ ਦਿੱਤਾ। ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਜਿਹੜਾ 9 ਵਜੇ ਤੋਂ ਸ਼ੁਰੂ ਹੁੰਦਾ ਸੀ ਉਹ 1 ਘੰਟਾ ਐਡਵਾਂਸ ਕਰਤਾ, 8 ਵਜੇ ਤੋਂ ਸ਼ੁਰੂ ਹੋਣ ਲੱਗ ਗਿਆ। ਇਹਨਾਂ ਸਾਰੀਆਂ ਗੱਲਾਂ ਦੇ ਚੱਲਦਿਆਂ ਤੇ ਹੁਣ ਜਿਹੜੇ ਮਨਮੋਹਨ ਸਿੰਘ ਨੂੰ ਇਹ ਮਜ਼ਾਕ ਕਰਦੇ ਸੀ, ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਸ਼ਾਮ ਨੂੰ ਚੋਣਾਂ ਚ ਮੇਰਾ ਖਿਆਲ ਥੋੜੀ ਜਿਹੀ ਫੁਰਸਤ ਮਿਲਣੀ ਹੋਗੀ ਕਿਉਂਕਿ ਤੋਏ ਬਾਲੀ ਹੋਣ ਲੱਗ ਗਈ। ਲੋਕ ਇਹ ਕਰਨ ਲੱਗੇ ਕਿ ਪ੍ਰਧਾਨ ਮੰਤਰੀ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਸਮਝਦਾ ਆਪਦੇ ਆਪ ਨੂੰ, ਉਹ ਤਾਂ ਬੀਜੇਪੀ ਦਾ ਲੀਡਰ ਸਮਝਦਾ। ਉਹਨੂੰ ਤਾਂ ਫਿਕਰ ਸਾਰਾ ਇਹ ਲੱਗਿਆ ਪਿਆ ਕਿ ਸਟੇਟਾਂ ਤੇ ਕਿਵੇਂ ਕਬਜ਼ਾ ਕੀਤਾ ਜਾਵੇ, ਤੇ ਉਹ ਉਸ ਪਾਸੇ ਨੂੰ ਤੁਰੇ ਫਿਰਦੇ। ਦੇਸ਼ ਜਿਹੜਾ ਹੈਗਾ ਉਜੜ ਰਿਹਾ, ਲੋਕ ਮਰ ਰਹੇ ਆ, ਸਿਵਿਆਂ ਦੇ ਵਿੱਚ ਜਿਹੜੇ ਹੈਗੇ ਥਾਂ ਨਹੀਂ ਹੈਗੀ ਲੋਕਾਂ ਨੂੰ ਜਲਾਉਣ ਵਾਸਤੇ, ਮੁਰਦਿਆਂ ਨੂੰ ਚੱਕ ਕੇ। ਉਹ ਕਹਿੰਦਾ ਨਹੀਂ ਹਰ ਕਿਸੇ ਦਾ ਸੰਸਕਾਰ ਹੋਊਗਾ, ਬਿਆਨ ਆ ਰਿਹਾ ਸੰਸਕਾਰ ਹੋਊਗਾ, ਹਰ ਕਿਸੇ ਦਾ ਤਾਂ ਕਰੂਗਾ ਹੀ ਕਰੂਗਾ ਅਗਲਾ। ਸੰਸਕਾਰ ਤੋਂ ਬਗੈਰ ਆਪਦੇ ਹਰਮਨ ਪਿਆਰੇ ਬੰਦੇ ਨੂੰ ਕੋਈ ਬੰਦਾ ਇਹ ਤਾਂ ਛੱਡੂਗਾ ਨਹੀਂ। ਘਰ 'ਚ ਕਰ ਲੈਣਗੇ ਲੋਕ, ਹੋਰ ਕੀ ਕਰਨਗੇ, ਆਪਦੇ ਖੇਤਾਂ 'ਚ ਕਰ ਕੁਛ ਤਾਂ ਕਰਨਗੇ। ਜੇ ਖੇਤਾਂ 'ਚ ਜਿਹਨਾਂ ਕੋਲ ਖੇਤ ਹੈ ਨਹੀਂ ਗੇ, ਕਿਸਾਨ ਉਹਨਾਂ ਦੇ ਦਿਲ ਐਡੇ ਦਾ ਵਿਸ਼ਾ ਲੈ ਕੇ ਉਹ ਕਹਿਣਗੇ ਭਾਈ ਆਜੋ ਸਾਡੇ ਖੇਤਾਂ 'ਚ ਆਜੋ। ਇਹ ਇਸ ਦੇਸ਼ ਦੇ ਵਿੱਚ ਇਹ ਨਹੀਂ ਬੰਦਾ ਸੰਸਕਾਰ ਤੋਂ ਬਗੈਰ ਨਹੀਂ ਰਹਿੰਦਾ। ਲੇਕਿਨ ਹਾਲਤ ਕੀ ਹੈ, ਮੌਤਾਂ ਦੀ ਗਿਣਤੀ ਕੀ ਹੈ, ਤੁਸੀਂ ਇਸ ਗੱਲ ਤੋਂ 450 ਤੋਂ ਉੱਪਰ ਹੋ ਗਏ ਜੀ ਕਿਸਾਨਾਂ ਦੀ ਗਿਣਤੀ, ਬਹੁਤ ਜ਼ਿਆਦਾ। ਹਾਂਜੀ, ਇਹ ਕੋਈ ਨਿੱਕੀ ਗੱਲ ਨਹੀਂ, ਇਹਦੇ ਬਾਰੇ ਕਿਉਂ ਨਹੀਂ ਕੋਈ ਸੋਚਦਾ। ਸੋ ਇਹ ਹੁਣ ਤੁਸੀਂ ਇਹ ਦੇਖੋ ਕਿ ਕੱਲ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਸ਼ਾਮ ਨੂੰ ਇੱਕ ਮੀਟਿੰਗ ਕੀਤੀ ਜਿਹੜੀਆਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਦੇ ਨਾਲ ਜੀ, ਔਰ ਨਾਲ ਹੀ ਡਾਕਟਰਾਂ, ਸੀਨੀਅਰ ਡਾਕਟਰ ਜਿਹੜੇ ਹਿੰਦੁਸਤਾਨ ਦੇ, ਉਹਨਾਂ ਨੂੰ ਬੁਲਾਇਆ। ਡਾਕਟਰਾਂ ਨੇ ਕਿਹਾ ਜੀ 18 ਸਾਲ ਤੋਂ ਸ਼ੁਰੂ ਕਰ ਦਿਓ। ਹੁਣ ਫੈਸਲਾ ਕਰ ਲਿਆ ਵੀ 1 ਮਈ ਤੋਂ 18 ਸਾਲ ਤੋਂ ਇੰਜੈਕਸ਼ਨ ਲੱਗਣੇ ਸ਼ੁਰੂ ਹੋਣਗੇ। ਜੋ ਗੱਲ ਡਾਕਟਰ ਮਨਮੋਹਨ ਸਿੰਘ ਨੇ ਕਹੀ ਸੀ ਉਹਦਾ ਮਜ਼ਾਕ ਉਡਾਇਆ ਹਰਸ਼ਵਰਧਨ ਨੇ ਜੀ, ਤੇ ਉਹਦੇ ਮਤਲਬ ਹੈ ਕੁਝ ਘੰਟਿਆਂ ਦੇ ਬਾਅਦ ਹੀ ਪ੍ਰਧਾਨ ਮੰਤਰੀ ਨੇ ਉਹ ਗੱਲ ਇਨ-ਬਿਨ ਮੰਨ ਲਈ ਜੀ। ਫਿਕਰ ਦੀ ਗੱਲ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਨੂੰ ਕੱਲ ਬੁਖਾਰ ਹੋਇਆ, ਹਲਕਾ ਜਿਹਾ ਬੁਖਾਰ ਹੋਇਆ। ਹਲਕਾ ਜਿਹਾ ਬੁਖਾਰ ਹੋਣ ਤੋਂ ਬਾਅਦ ਜਦੋਂ ਉਹਨਾਂ ਦਾ ਸੈਂਪਲ ਲਿਆ, ਟੈਸਟ ਕੀਤਾ, ਉਹ ਵੀ ਪੋਜ਼ਿਟਿਵ ਆ ਗਈ। ਸੋ ਕਰੋਨਾ ਦੇ ਪੱਖ ਤੋਂ ਅਸੀਂ ਦੇਖੀ ਤਾਂ ਦੇਸ਼ ਦੀ ਹਾਲਤ ਬਹੁਤ ਹੀ ਜਿਹੜੀ ਨਾਜ਼ੁਕ ਸਥਿਤੀ ਦੇ ਵਿੱਚ ਅਸੀਂ ਦਾਖਲ ਹੋ ਚੁੱਕੇ ਹਾਂ।
ਇੱਥੇ ਵੱਡਾ ਬਸ ਇਹ ਹੈ ਕਿ ਤੁਸੀਂ ਆਪਣਾ ਜਿੰਨਾ ਇhtiyat ਰੱਖ ਸਕਦੇ ਹੋ ਰੱਖੋ, ਓਨਾ ਹੀ ਚੰਗਾ ਜੀ। ਪਰ ਇੱਕ ਗੱਲ ਇਹਦੇ 'ਚ ਇਹ ਵੀ ਉੱਭਰ ਕੇ ਸਾਹਮਣੇ ਆ ਗਈ ਹੈ ਕਿ ਮੁਕੰਮਲ ਲਾਕਡਾਊਨ ਹੁਣ ਸੰਭਵ ਨਹੀਂ ਜੀ, ਕਿਉਂਕਿ ਮੁਲਕ ਪਰ ਉਧਰ ਮਜ਼ਦੂਰਾਂ ਦਾ ਹਾਲ ਦੇਖ ਲਓ ਵਿਚਾਰਿਆਂ ਦਾ। ਮਜ਼ਦੂਰਾਂ ਦਾ ਹਾਲ ਢਿੱਲੋਂ ਸਾਹਿਬ ਮੈਂ ਹੈਰਾਨ ਆ ਕਿ ਦੇਖੋ ਲੁੱਟ ਕਹਿੰਦੇ ਨੇ ਕਿਸੇ ਕੋਈ ਤਾਂ ਕਹਿੰਦੇ ਵੀ ਕਰੋਨਾ ਦਾ ਲਾਕਡਾਊਨ ਕਿਸੇ ਨੂੰ ਘਰ ਦੀ ਪਈ ਕੋਈ ਪੈਸੇ ਕਮਾਈ ਜਾਂਦਾ। 1500 ਰੁਪਈਆ ਢਿੱਲੋਂ ਸਾਹਿਬ ਟਿਕਟਾਂ ਬੱਸਾਂ ਨਜਾਇਜ਼ ਵਾਲਿਆਂ ਨੇ ਸ਼ੁਰੂ ਕਰਤੀਆਂ। ਨਹੀਂ ਉਹ ਤਾਂ ਸਾਡੇ ਆਹੀ ਤਾਂ ਹੈ ਸਾਡੇ ਦੇਸ਼ ਦੇ ਵਿੱਚ। ਅਸੀਂ ਗੱਲ ਤਾਂ ਕਰਦੇ ਹਾਂ ਵਿਦੇਸ਼ਾਂ ਦੀ, ਵਿਦੇਸ਼ਾਂ ਦੇ ਵਿੱਚ ਬੰਦਾ ਮਰ ਰਿਹਾ ਹੁੰਦਾ ਤਾਂ ਉਹਦੇ ਤੇ ਉੱਥੋਂ ਦੀ ਸਟੇਟ ਸਾਰਾ ਕੁਝ ਲਾ ਦਿੰਦੀ ਹੈ ਕਿ ਇਸ ਬੰਦੇ ਨੂੰ ਬਚਾਇਆ ਜਾਵੇ। ਤੇ ਸਾਡੇ ਜਿਹੜੇ ਹੈਗੇ ਬੰਦਾ ਜਦੋਂ ਮਰ ਰਿਹਾ ਹੁੰਦਾ ਉਦੋਂ ਵੀ ਅਸੀਂ ਸੋਚਦੇ ਕਿ ਇਹ 'ਚੋਂ ਕਮਾਈ ਕੀ ਕਰੀਏ। ਯਾਰ ਦਾਨੇ ਵਾਲੀਆ ਸਾਹਿਬ ਤੁਸੀਂ ਕਰੋਗੇ ਕਿ ਜਿਹੜੇ ਦੇਸ਼ ਦੇ ਵਿੱਚ ਦੇਸ਼ ਦੀ ਰਾਖੀ ਕਰਨ ਵਾਲੇ ਫੌਜੀਆਂ ਦੇ ਕੱਫਣਾਂ ਦੇ ਵਿੱਚੋਂ ਵੀ ਕਮਿਸ਼ਨ ਖਾ ਲੇ, ਉੱਥੇ ਤੁਸੀਂ ਕੀ ਲੱਭਦੇ ਜੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਰੇਡੀਓ ਪੰਜਾਬ ਟੂਡੇ ਦੇ ਇਸ ਤਰ੍ਹਾਂ ਹੀ ਜਾਰੀ ਰਹਿਣਗੇ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣਾ।